ਕਿਸਾਨਾਂ ਦਾ ਕੇਂਦਰ ਦੇ ਨਾਲ ਘੋਲ ਚੱਲ ਰਿਹਾ ਹੈ। ਕਿਸਾਨ ਕਹਿੰਦੇ ਨੇ ਕਿ ਅਸੀਂ ਇਹ ਕੇਂਦਰ ਨੂੰ ਘੋਲ ਦੇ ਵਿੱਚ ਹਰਾ ਕੇ ਹੀ ਵਾਪਸ ਮੁੜਾਂਗੇ। ਦਿੱਲੀ ਘੇਰੀ ਬੈਠੇ ਨੇ, ਕਹਿੰਦੇ ਕਿ ਇੱਕ ਵਾਰ ਫਿਰ ਤੋਂ ਦਿੱਲੀ ਜਿੱਤਣੀ ਹੈ ਅਤੇ ਬੀਜੇਪੀ ਦੇ ਲੀਡਰਾਂ ਦੇ ਵਿੱਚ ਹਲਚਲ ਮਚੀ ਹੋਈ ਹੈ ਕਿ ਕਿਸਾਨਾਂ ਨੂੰ ਘਰ ਦੇ ਵੱਲ ਕਿੱਦਾਂ ਮੋੜਨਾ ਹੈ, ਕਿਉਂਕਿ ਕਿਸਾਨ ਲੀਡਰਾਂ ਦੇ ਉੱਪਰ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਪਿਆ ਹੋਇਆ ਹੈ। ਅੰਦੋਲਨਕਾਰੀ ਇਹ ਕਹਿੰਦੇ ਨੇ ਕਿ ਅਸੀਂ ਸੋਧ ਨਹੀਂ ਬਲਕਿ ਅਸੀਂ ਕਾਨੂੰਨ ਵਾਪਸ ਕਰਾ ਕੇ ਮੁੜਨਾ ਹੈ। ਉਧਰ ਸਰਕਾਰ ਕਹਿੰਦੀ ਹੈ ਕਿ ਜਿਹੜੀਆਂ ਮੰਗਾਂ ਤੁਸੀਂ ਦਿੱਤੀਆਂ ਸੀ ਅਸੀਂ ਉਹਨਾਂ ਦੇ ਉੱਪਰ ਮੋਹਰ ਲਾ ਦਿੱਤੀ ਹੈ, ਅਸੀਂ ਸੋਧ ਕਰਨ ਨੂੰ ਤਿਆਰ ਹਾਂ। ਇਸ ਬਾਰੇ ਗੱਲਬਾਤ ਕਰਨ ਲਈ ਮੇਰੇ ਨਾਲ ਸੀਨੀਅਰ ਲੀਡਰ ਬੀਜੇਪੀ ਦੇ ਹਰਜੀਤ ਗਰੇਵਾਲ ਹੈਗੇ ਨੇ। ਗੱਲਬਾਤ ਕਰਦੇ ਆ ਕਿਉਂਕਿ ਇਹ ਕਹਿੰਦੇ ਨੇ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਸੀ ਅਸੀਂ ਮੰਨ ਲਈਆਂ ਨੇ, ਕਾਨੂੰਨ ਵਾਪਸ ਨਹੀਂ ਹੋ ਸਕਦੇ। ਹੋਰ ਜੇ ਮੰਗਾਂ ਹੈਗੀਆਂ ਨੇ ਤਾਂ ਸਾਨੂੰ ਦੱਸੋ, ਅਸੀਂ ਉਹਨਾਂ ਦੇ ਉੱਪਰ ਵੀ ਚਰਚਾ ਕਰ ਸਕਦੇ ਹਾਂ। ਕਿਉਂਕਿ ਇਹਨਾਂ ਦੇ ਨਾਲ ਅਮਿਤ ਸ਼ਾਹ ਦੀ ਸਿੱਧੀ ਗੱਲ ਹੈ। ਗੱਲਬਾਤ ਕਰਦੇ ਆ ਕਿ ਅਸਲ ਦੇ ਵਿੱਚ ਹੁਣ ਇਹਨਾਂ ਦੇ ਵੱਲ ਕੀ ਚੱਲ ਰਿਹਾ ਹੈ, ਉਹਨਾਂ ਦੇ ਬਾਰੇ ਕੀ ਗੱਲਬਾਤ ਹੋ ਰਹੀ ਹੈ। ਗਰੇਵਾਲ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਹੁਣ ਤਾਂ ਮੀਟਿੰਗ ਜਿਹੜੀ ਹੈ ਉਹ ਕਿਸਾਨਾਂ ਦੇ ਨਾਲ ਕੋਈ ਹੋਣੀ ਨਹੀਂ ਹੈ। ਹਾਲੇ ਕਿ ਅੱਜ ਦਾ ਚਰਚਾ ਸੀਗੀ ਕਿ ਅੱਜ ਮੀਟਿੰਗ ਹੋ ਸਕਦੀ ਹੈ, ਪਰ ਅੱਜ ਵੀ ਮੀਟਿੰਗ ਨਹੀਂ ਹੋਈ। ਹੁਣ ਮੰਨ ਲਈਏ ਕਿ ਹੁਣ ਜਿਹੜੀ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਤੇ ਕਿਸਾਨਾਂ ਦੇ ਵਿੱਚ ਕੋਈ ਮੀਟਿੰਗ ਹੋ ਸਕਦੀ ਹੈ ਤਾਂ ਸਾਰਥਕ ਸਿੱਟਾ ਨਿਕਲ ਸਕਦਾ। ਇਸ ਤਰ੍ਹਾਂ ਦੇਖੋ, ਉਹਨਾਂ ਨੇ ਕਿਸਾਨ ਲੀਡਰਾਂ ਨੇ ਜਿਹੜਾ ਮੀਟਿੰਗ ਕਰਕੇ 5 ਗੱਲਾਂ ਕਹੀਆਂ ਸੀ ਉਹ ਉਹਨਾਂ ਦੀਆਂ ਸਰਕਾਰ ਨੇ ਮੰਨ ਲਈਆਂ। ਉਸ ਤੋਂ ਬਾਅਦ ਜਿਹੜਾ ਇਹ ਕਹਿਣਾ ਕਿ ਕਾਨੂੰਨ ਵਾਪਸ ਲਓ, ਅਸੀਂ ਤਾਂ ਘਰਾਂ ਨੂੰ ਜਾਵਾਂਗੇ। ਦੇਖੋ, ਜਿਹੜੇ ਲੀਡਰ ਹੁੰਦੇ ਆ ਨਾ, ਉਹਨਾਂ ਦਾ ਕੰਮ ਹੁੰਦਾ ਕਿ ਜਨਤਾ ਨੂੰ ਅਗਵਾਈ ਦੇਣਾ। ਜੇ ਲੀਡਰ ਕਹਿਣ ਕਿ ਅਸੀਂ ਅਗਵਾਈ ਨਹੀਂ ਦੇ ਸਕਦੇ, ਫਿਰ ਉਹ ਲੀਡਰ ਕਾਹਦੇ ਹੋਏ? ਜਦੋਂ ਤੁਸੀਂ 5 ਚੀਜ਼ਾਂ ਕਹੀਆਂ, ਜਿਹੜੀਆਂ ਗੱਲਾਂ ਕਹੀਆਂ ਸਰਕਾਰ ਨੇ ਉਹ ਮੰਨ ਲਈਆਂ। ਕੋਈ ਹੋਰ ਗੱਲ ਰਹਿੰਦੀ ਤਾਂ 5 ਮੈਂਬਰ ਦੀ ਇੱਕ ਕਮੇਟੀ ਬਣਾ ਲਓ, ਸਰਕਾਰ ਦੀ ਬਣ ਜਾਓ, ਕਿਸਾਨਾਂ ਦੀ ਬਣ ਜਾਓ, ਉਹਦੇ 'ਚ ਬਾਅਦ 'ਚ ਹੱਲ ਕਰਦੇ ਰਹਿਣਾ। ਲੋਕਾਂ ਨੂੰ ਕਿਉਂ, ਗਰੀਬਾਂ ਨੂੰ ਸੜਕਾਂ 'ਤੇ ਬਿਠਾਇਆ ਹੋਇਆ? ਜਨਤਾ ਨੂੰ, ਆਮ ਸਧਾਰਨ ਲੋਕ ਨੇ, ਉਹ ਮਾਵਾਂ ਭੈਣਾਂ ਬਜ਼ੁਰਗ ਸਾਰੇ ਬੱਚੇ ਸੜਕਾਂ 'ਤੇ ਬਿਠਾਏ ਆ। ਅੱਛਾ, ਜੇ ਤਾਂ ਕੋਈ ਗੱਲ ਬਾਕੀ ਬਚਦੀ ਹੋਵੇ ਫਿਰ ਸੜਕਾਂ 'ਤੇ ਬੈਠਣ ਜਾਇਜ਼ ਗੱਲ ਆ। ਜਦੋਂ ਤੁਹਾਡੀ ਕੋਈ ਗੱਲ ਬਾਕੀ ਬਚੀ ਨਹੀਂ ਤੇ ਹੁਣ ਤੁਸੀਂ ਇੱਕ ਨੱਕ ਦਾ ਜਾਂ ਮੁੱਛ ਦਾ ਸਵਾਲ ਬਣਾ ਲਓ, ਉਹ ਨਹੀਂ ਹੋਣਾ ਚਾਹੀਦਾ। ਉਹ ਸਮਾਜਿਕ ਜੀਵਨ 'ਚ ਨਹੀਂ ਹੁੰਦਾ। ਔਰ ਫਿਰ ਕੀ ਹੈ ਕਿ ਸਰਕਾਰ ਵੀ ਆਪਣੀ ਹੈ। ਜੇ ਸਰਕਾਰ ਦਾ ਅਸੀਂ ਸੋਚੀਏ ਵੀ ਅਸੀਂ ਉਹਨੂੰ ਝੁਕਾਉਣਾ ਹੈ, ਸਮਝਦਾਰ ਆਦਮੀ ਥੋੜ੍ਹਾ ਇਹ ਗੱਲ ਕਰੂਗਾ। ਤੇ ਜੇ ਅਸੀਂ ਕਹੀਏ ਵੀ ਅਸੀਂ ਕਿਸਾਨਾਂ ਨੂੰ ਝੁਕਾਉਣਾ, ਉਹ ਵੀ ਬੇਵਕੂਫੀ ਵਾਲੀ ਗੱਲ ਹੈ। ਕਿਸਾਨ ਵੀ ਸਾਡਾ ਆਪਣਾ। ਦੋਨਾਂ ਦੀ ਰਿਸਪੈਕਟ ਰਹੇ। ਕਿ ਸਰਕਾਰ ਨੇ, ਭਾਰਤ ਸਰਕਾਰ ਨੇ, ਮੋਦੀ ਜੀ ਨੇ, ਉਹ ਜਿਹੜੇ ਬੱਚੇ ਸੜਕਾਂ 'ਤੇ ਬੈਠੇ ਆ, ਜਿਹੜੀਆਂ ਬਜ਼ੁਰਗ ਮਹਿਲਾਵਾਂ ਬੈਠੀਆਂ ਨੇ, ਜਿਹੜੇ ਬਾਕੀ ਲੋਕ ਬੈਠੇ ਆ, ਉਹਨਾਂ ਦੀ ਰਿਸਪੈਕਟ ਕੀਤੀ। ਹਾਲਾਂਕਿ ਕਾਨੂੰਨ ਤਾਂ ਉਹਨਾਂ ਨੇ ਸੋਚ ਕੇ ਬਣਾਏ ਸੀ, ਠੀਕ ਸੀ, ਦਰੁਸਤ ਸੀ ਸਾਰੇ। ਉਸ ਦੇ ਬਾਵਜੂਦ ਵੀ ਜੋ ਗੱਲਾਂ ਕਿਸਾਨਾਂ ਨੇ ਕਹੀਆਂ ਕਿ ਜਦੋਂ ਬੱਚੇ ਸੜਕਾਂ 'ਤੇ ਬੈਠ ਕੇ ਮੰਗ ਕਰ ਰਹੇ ਆ, ਉਹਨਾਂ ਨੇ ਉਹ ਮੰਨ ਲਈਆਂ। ਤੇ ਗਲਤ ਸੀ ਜਾਂ ਸਹੀ ਸੀ ਤਾਂ ਹੁਣ ਕੁਐਸਚਨ ਹੀ ਨਹੀਂ ਹੈ। ਜਦੋਂ ਉਹ ਮੰਨ ਲਈਆਂ, ਤੁਹਾਡੀਆਂ ਪ੍ਰੋਬਲਮ ਸਾਰੀਆਂ ਐਡਰੈਸ ਕਰਤੀਆਂ, ਤੇ ਫਿਰ ਸੜਕਾਂ 'ਤੇ ਬੈਠਣ ਦਾ ਕਾਰਨ ਇਹ ਤਾਂ ਉਹਨਾਂ ਦੇ ਲੋਕ ਹੀ ਉਹਨਾਂ ਨੂੰ ਦੱਸਣਾ ਸ਼ੁਰੂ ਕਰ ਦੇਣਗੇ ਵੀ ਕਿਉਂ ਤੁਸੀਂ ਬੈਠੇ ਸੀ। ਉਹਨਾਂ ਨੂੰ ਵੀ ਉਹ ਕਹਿੰਦੇ ਕਿ ਸਾਡੇ ਕੋਲ ਪੁੱਛ ਕੇ ਨਹੀਂ ਇਹ ਕਾਨੂੰਨ ਬਣਾਇਆ, ਨਾ ਸਾਨੂੰ ਇਹ ਕਾਨੂੰਨ ਚਾਹੀਦਾ ਹੈ, ਕਾਨੂੰਨ ਰੱਦ ਹੋਣਾ ਚਾਹੀਦਾ। ਨਹੀਂ ਤੇ ਕਾਨੂੰਨ 'ਚ ਰਹਿ ਕੀ ਗਿਆ ਹੁਣ? ਜੋ ਉਹਨਾਂ ਨੇ ਕਿਹਾ ਪੁੱਛ ਕੇ, ਸਰਕਾਰਾਂ ਪੁੱਛ ਕੇ ਚਲਦੀਆਂ ਹੁੰਦੀਆਂ ਕਿਸੇ ਨੂੰ। ਇੱਕ ਮੈਨੂੰ ਤਾਂ ਗੱਲ ਕਰਨ ਦਾ ਤਰੀਕਾ ਨਹੀਂ ਸਮਝ ਆ ਰਿਹਾ। ਜਿਹਦੇ ਲਈ ਅਸੀਂ ਕਾਨੂੰਨ ਬਣਾਉਣਾ, ਗਰੇਵਾਲ ਸਾਹਿਬ ਗੱਲ, ਕੱਲ ਨੂੰ ਸਰਹੱਦ ਤੇ ਯੁੱਧ ਦੀ ਸਥਿਤੀ ਬਣ ਜਾਂਦੀ ਆ ਤਾਂ ਹੁਣ ਸਰਕਾਰ ਪੁੱਛਣ ਜਾਊਗੀ ਜਨਤਾ ਨੂੰ ਵੀ ਤੁਸੀਂ ਸਾਰੇ ਦੱਸੋ ਕਿ ਅਸੀਂ ਯੁੱਧ ਕਰੀਏ ਜਾਂ ਨਾ ਕਰੀਏ। ਉੱਥੇ ਤਾਂ ਮੌਕੇ ਤੇ ਡਿਸੀਜਨ ਲੈਣਾ ਆਰਮੀ ਨੇ ਲੈਣਾ, ਸਰਕਾਰ ਨੇ ਉੱਤੇ ਛੱਡਿਆ ਹੋਇਆ। ਆਰਮੀ ਤੋਂ ਤਾਂ ਪੁੱਛਾਂਗੇ ਕਿ ਤੁਸੀਂ ਰੈਡੀ ਹੋ? ਕੋਈ ਨਹੀਂ ਪੁੱਛਦਾ, ਕੋਈ ਨਹੀਂ ਪੁੱਛਦਾ। ਆਰਮੀ ਹਮੇਸ਼ਾ ਰੈਡੀ ਰਹਿੰਦੀ ਹੈ, ਕਿਸਾਨ ਵੀ ਹਮੇਸ਼ਾ ਰੈਡੀ ਰਹਿੰਦਾ। ਉਹ ਕੋਈ ਗੱਲ ਨਹੀਂ ਹੈ। ਇਹ ਕਾਰਨ ਕੋਈ ਹੋਰ ਆ ਪਿੱਛੇ। ਉਹ ਕਾਰਨ ਜਿਹੜਾ ਉਹ ਖੁਦ ਹੀ ਦੱਸ ਸਕਦੇ ਆ ਜਾਂ ਲੋਕ ਉਹਨਾਂ ਤੋਂ ਪੁੱਛਣਗੇ ਕਿ ਵੀ ਇਹ ਕੀ ਕਾਰਨ ਸੀ, ਤੁਸੀਂ ਫਿਰ ਸੜਕਾਂ ਤੇ ਕਿਉਂ ਬੈਠੇ ਰਹੇ? ਕੀ ਕਾਰਨ ਹੈ ਤੁਹਾਡਾ? ਤਾਂ ਸਿੱਧੀ ਗੱਲਬਾਤ ਹੋ ਰਹੀ ਹੋਊਗੀ। ਕੀ ਕਾਰਨ ਕੀ ਮੰਨਦੇ ਹੋ ਤੁਸੀਂ, ਕਿਉਂ ਬੈਠੇ ਨੇ ਸੜਕਾਂ ਦੇ ਉੱਤੇ? ਮੈਨੂੰ ਕਾਰਨ ਦਾ ਨਹੀਂ ਪਤਾ, ਮੈਂ ਬੋਲਣਾ ਵੀ ਨਹੀਂ ਜੇ ਮੈਨੂੰ ਪਤਾ ਹੋਵੇ। ਇਹ ਆਪਣੇ ਆਪ ਆਮ ਜਨਤਾ ਬੋਲੂਗੀ, ਆਮ ਜਨਤਾ ਬੋਲੂਗੀ। ਆਮ ਜਨਤਾ ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਹੈ। ਕੋਈ ਹੱਕ 'ਚ ਨਹੀਂ। ਇਹ ਮਹੀਨੇ 15 ਦਿਨ ਦੀ ਗੱਲ ਹੁੰਦੀ, ਜਦੋਂ ਸਮਝ ਆ ਜਾਂਦਾ ਕਿ ਸਾਨੂੰ ਬਿਨਾਂ ਗੱਲਬਾਤ ਤੋਂ ਸਰਦੀ 'ਚ ਬਿਠਾਈ ਰੱਖਿਆ, ਸੜਕਾਂ ਤੇ ਬਿਠਾਈ ਰੱਖਿਆ। ਇਹ ਕਾਹਦੇ ਲਈ ਬਿਠਾਈ ਰੱਖਿਆ? ਜਦੋਂ ਸਰਕਾਰ ਨੇ ਸਾਰੀਆਂ ਹੀ ਗੱਲਾਂ ਮੰਨ ਲਈਆਂ, ਰਹਿ ਕੀ ਗਿਆ ਉਹਨਾਂ ਦਾ? ਹੁਣ ਤਾਂ ਬਿਨਾਂ ਹੀ ਗੱਲਬਾਤ ਤੋਂ ਕਾਨੂੰਨ ਰੱਦ ਕਰੋ, ਕਾਨੂੰਨ ਰੱਦ ਕਰੋ। ਕਾਨੂੰਨਾਂ 'ਚ ਰਹਿ ਕੀ ਗਿਆ? ਉਹਦੇ 'ਚ ਇਹਨਾਂ ਦੇ ਖਿਲਾਫ ਕਿਹੜੀ ਗੱਲ ਰਹਿ ਗਈ? ਉਹ ਵੀ ਦੱਸ ਦੇਣ, ਉਹ ਵੀ ਹਟ ਜਾਂਦੀ ਹੈ। ਅੱਛਾ, ਮਤਲਬ ਤੁਸੀਂ ਹੋਰ ਵੀ ਪੁੱਛਣ ਨੂੰ ਤਿਆਰ ਹੋ ਕਿ ਤੁਸੀਂ ਦੱਸੋ ਕਿਹੜੀ ਗੱਲ ਹੈ? ਅਸੀਂ ਹੋਰ, ਸਰਕਾਰ ਨੇ ਖੁਦ ਪੁੱਛਿਆ ਜਦੋਂ ਮੀਟਿੰਗ 'ਚ ਗਏ ਆ, ਉਦੋਂ ਪੁੱਛਿਆ ਕਿ ਕੋਈ ਚੀਜ਼ ਹੋਰ ਤਾਂ ਨਹੀਂ ਰਹਿ ਗਈ? ਤੇ ਕਹਿਣ ਨੂੰ ਕੁਛ ਨਹੀਂ, ਬਸ ਸੜਕਾਂ ਤੇ ਬੈਠਣਾ। ਕਿਉਂ ਇੰਨਾ ਲੰਬਾ ਕਰਨਾ ਅੰਦੋਲਨ ਨੂੰ? ਕਿਉਂ ਲੋਕਾਂ ਨੂੰ ਪਰੇਸ਼ਾਨ ਕਰਨਾ? ਕਿਉਂ ਆਮ ਜਨਤਾ ਨੂੰ ਪਰੇਸ਼ਾਨ ਕਰਨਾ? ਇਹ ਤਾਂ ਇਹਨਾਂ ਨੂੰ ਜਵਾਬਦੇਹ ਹੋਣਾ ਪਊਗਾ। ਜਿਹੜੇ ਲੀਡਰ ਨੇ ਇਹ ਜਵਾਬਦੇਹ ਇਹਨਾਂ ਨੂੰ ਹੋਣਾ ਪਊਗਾ। ਇਹ ਜਵਾਬਦੇਹ ਹੋਣ। ਔਰ ਇਹੀ ਜਵਾਬਦੇਹੀ ਹਰ ਲੀਡਰ ਦੀ ਹੁੰਦੀ ਹੈ, ਹਰ ਸੰਗਠਨ ਦੀ ਹੁੰਦੀ ਹੈ। ਇੰਨੀ ਜਨਤਾ ਇੱਦਾਂ ਨਹੀਂ ਪਿੱਛੇ ਰਿਹਾ ਕਰਦੀ।
ਇਸ ਕਰਕੇ ਹੁਣ ਤਾਂ ਨਜਾਇਜ਼ ਕੰਮ ਆ, ਇਹ ਸਾਰਾ ਗਲਤ ਕੰਮ ਆ, ਔਰ ਹੁਣ ਕੋਈ ਗੱਲ ਹੀ ਨਹੀਂ, ਕੋਈ ਮੰਗ ਹੀ ਨਹੀਂ ਇਹਨਾਂ ਦੀ ਰਹਿ ਗਈ ਆ, ਔਰ ਮੈਨੂੰ ਨਹੀਂ ਸਮਝ ਆਉਂਦਾ ਇਹ ਕੀ ਚਾਹੁੰਦੇ ਆ। ਉਹ ਤਾਂ ਕਹਿੰਦੇ ਨੇ, ਹੁਣ ਜੇ ਆਪਾਂ ਜਨਤਾ ਦੀ ਗੱਲ ਕਰ ਲਈਏ, ਤੁਸੀਂ ਤਾਂ ਪਹਿਲਾਂ ਲੀਡਰਾਂ ਦੇ ਉੱਪਰ ਵੀ ਸਵਾਲ ਖੜੇ ਕੀਤੇ, ਲੀਡਰ ਦੇ ਉੱਤੇ ਕਿਉਂ ਸਵਾਲ ਖੜੇ ਕਰ ਰਹੇ ਹੋ? ਲੀਡਰ ਤਾਂ ਕਹਿੰਦੇ, ਤੁਸੀਂ ਕਹਿ ਰਹੇ ਹੋ ਕਿ ਲੀਡਰ ਜਿਹੜੇ ਆ ਉਹ ਸਹੀ ਤਰੀਕੇ ਨਾਲ ਨਹੀਂ ਚੱਲ ਰਹੇ, ਜਾਂ ਲੀਡਰਾਂ ਨੂੰ ਸਮਝਾਉਣਾ ਚਾਹੀਦਾ ਆ। ਤੁਸੀਂ ਗਲਤ ਗੱਲ ਕਿਉਂ ਕਰਦੇ ਹੁੰਦੇ ਹੋ? ਮੈਂ ਇਹ ਕਿਹਾ ਕਿ ਜੋ ਉਹਨਾਂ ਨੇ ਮੰਗਾਂ ਕਹੀਆਂ, ਜੋ ਲਿਖ ਕੇ ਦਿੱਤਾ, ਜੇ ਕਹੂੰ ਤਾਂ ਮੈਂ ਆਪਦੇ ਟੈਲੀਫੋਨ 'ਚੋਂ ਦਿਖਾ ਦਿੰਦਾ, ਉਹ ਸਾਰੀਆਂ ਸਰਕਾਰ ਨੇ ਮੰਨ ਲਈਆਂ, ਐਡਰੈਸ ਕਰਤੀਆਂ। ਤੁਸੀਂ ਆ ਕੇ ਕੋਈ ਗੱਲ ਕਹਿੰਦੇ ਹੋ ਕਿ ਮੈਂ ਐਜੀਟੇਸ਼ਨ ਕਰਨ ਆਇਆ, ਮੈਂ ਮਰਨ ਵਰਤ ਤੇ ਬੈਠਾ, ਕਿ ਆਹ ਮੇਰੀਆਂ 5 ਮੰਗਾਂ ਨੇ, ਆਹ ਮੰਨ ਲਓ, ਉਹ ਸਰਕਾਰ ਮੰਨ ਲੈਂਦੀ ਆ। ਉਸ ਤੋਂ ਬਾਅਦ ਵੀ ਤੁਸੀਂ ਕਹਿੰਦੇ ਹੁਣ ਨਹੀਂ ਮੈਂ ਉੱਠਦਾ, ਕਿਉਂਕਿ ਤੁਹਾਨੂੰ ਜਨ ਸਮਰਥਨ ਮਿਲ ਗਿਆ, ਜਨਤਾ ਆ ਰਹੀ ਆ। ਇਹ ਜਿਹੜੀਆਂ ਗੱਲਾਂ ਨੇ ਕਦੋਂ ਲਿਖ ਕੇ ਦਿੱਤੀਆਂ ਨੇ ਇਹਨਾਂ ਨੇ? ਕਿਤੇ ਐਂ ਤਾਂ ਨਹੀਂ ਅੰਦੋਲਨ ਤੋਂ ਪਹਿਲਾਂ ਲਿਖ ਕੇ ਭੇਜੀਆਂ ਹੁਣ ਤੁਹਾਨੂੰ? ਉਹ ਨਹੀਂ ਭਰਾ ਜੀ, ਇਹ ਇੱਥੇ ਆ ਕੇ ਦਿੱਤੀਆਂ ਨੇ ਉਹਨਾਂ ਨੇ, ਸਰਕਾਰ ਨੂੰ ਹੀ ਦਿੱਤੀਆਂ ਨੇ, ਕੋਈ ਐਸੀ ਗੱਲ ਨਹੀਂ ਹੈ, ਉਸ ਤੋਂ ਮੁੱਕਰ ਵੀ ਨਹੀਂ ਸਕਦੇ। ਉਸ ਤੋਂ ਬਾਅਦ ਕਿਉਂ ਅੰਦੋਲਨ ਚਲਾ ਰਹੇ ਆ, ਇਹ ਤਾਂ ਹੁਣ ਉਹ ਦੱਸਣਗੇ ਨਾ। ਕੀ ਨੱਕ ਦਾ ਸਵਾਲ ਹੋਵੇ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਉੱਥੇ ਭਾਂਤ-ਭਾਂਤ ਦੇ ਲੋਕ ਬੈਠੇ ਆ, ਤੇ ਵੀ ਇਹ ਤੁਹਾਨੂੰ ਕੋਈ ਵੀ ਕਹਿ ਦੇਗਾ ਕਿ ਤੁਸੀਂ ਕਾਨੂੰਨ ਵਾਪਸ ਲੈ ਬਿਨਾਂ ਨਹੀਂ ਜਾਣਾ, ਤੁਸੀਂ ਨਹੀਂ ਜਾਓਗੇ, ਫਿਰ ਤੁਸੀਂ ਲੀਡਰ ਕਾਹਦੇ ਹੋ? ਜੇ ਨਹੀਂ ਡਰਦੇ ਹੋ ਤੇ ਰਾਜਨੀਤੀ ਇਹਦੇ 'ਚ ਕਿਉਂ ਆਏ? ਲੀਡਰ ਕਿਉਂ ਬਣੇ ਕਿਸਾਨਾਂ ਦੇ? ਲੀਡਰ ਤਾਂ ਇਹ ਕਹਿੰਦੇ ਨੇ ਕਿ ਇਹ ਅਸੀਂ ਸੋਧ ਲਈ ਪੰਜਾਬ 'ਚ ਬੈਠੇ ਹਾਂ, ਜਦੋਂ 2 ਮਹੀਨੇ ਦਾ ਸੰਘਰਸ਼ ਚੱਲ ਰਿਹਾ ਸੀ ਸਾਡੇ, ਅਸੀਂ ਉਦੋਂ ਕਹਿੰਦੇ ਹਾਂ ਸੋਧ ਕਰਨ ਲਈ, ਪਰ ਹੁਣ ਜਦੋਂ ਅਸੀਂ ਇੱਥੇ ਆ ਗਏ ਅਸੀਂ ਕਾਨੂੰਨ ਰੱਦ ਕਰਾ ਕੇ ਮੁੜਾਂਗੇ, ਸੋਧ ਵਾਲੀ ਗੱਲ ਹੀ ਕੋਈ ਨਹੀਂ। ਕਿਉਂਕਿ ਇੱਥੇ ਆ ਗਏ ਤਾਂ ਉਹਦੇ ਨਾਲ ਕੀ ਹੋ ਗਿਆ ਜੀ? ਕੀ ਬਣ ਗਏ? ਜਨਤਾ ਦੇ ਲੀਡਰ ਨੇ, ਦੇਸ਼ ਦੇ ਸਿਟੀਜ਼ਨ ਨੇ, ਤੇ ਦੇਸ਼ ਦੇ ਬਾਰੇ ਵੀ ਸੋਚਣਾ, ਸਮਾਜ ਦੇ ਬਾਰੇ ਵੀ ਸੋਚਣਾ, ਸਰਕਾਰ ਦੇ ਬਾਰੇ ਵੀ ਸੋਚਣਾ, ਕਿਸਾਨ ਦੇ ਬਾਰੇ ਵੀ ਸੋਚਣਾ, ਆਪਣੇ ਪਰਿਵਾਰਾਂ ਦੇ ਬਾਰੇ ਵੀ ਸੋਚਣਾ, ਜਿਹੜੇ ਲੋਕ ਸੜਕਾਂ ਤੇ ਬਿਠਾਏ ਉਹਨਾਂ ਬਾਰੇ ਵੀ ਸੋਚਣਾ। ਇਹਨਾਂ ਦਾ ਕੰਮ ਆ। ਮੇਰੇ ਕੋਲੋਂ ਕਿਉਂ ਤੁਸੀਂ ਇਹ ਗੱਲਾਂ ਕਹੋਨੇ ਹੋ? ਕਿ ਕੋਈ ਸਮਾਂ ਆਊਗਾ ਜ਼ਰੂਰ ਇਹਦੇ ਤੇ ਬੋਲਾਂਗੇ। ਇਹ ਗਲਤ ਗੱਲ ਆ ਜਿਹੜੀ ਉਹ ਕਰ ਰਹੇ ਆ, ਇਹ ਗਲਤ ਗੱਲ ਤੋਂ ਉਹਨਾਂ ਨੂੰ ਜ਼ਰੂਰ ਰੁਕਣਾ ਚਾਹੀਦਾ ਤੇ ਲੋਕਾਂ ਨੂੰ ਸਿੱਧੇ ਰਸਤੇ ਲਾਉਣਾ। ਜਦੋਂ ਇਹ ਸਾਰੀਆਂ ਗੱਲਾਂ ਮੰਨਣੀਆਂ, ਰਹਿ ਕੀ ਗਿਆ? ਕਾਨੂੰਨ 'ਚ ਕੀ ਹੈ ਹੁਣ? ਕਾਨੂੰਨ 'ਚ ਕੀ ਲਾਗੂ ਹੋਊਗਾ ਕਾਨੂੰਨ? ਇਹ ਗੱਲ ਤਾਂ ਅਮਿਤ ਸ਼ਾਹ ਹੋਣਾ ਨੇ ਵੀ ਕਿਹਾ। ਮੈਂ ਇੱਕ ਕੱਲ ਕਿਸਾਨ ਲੀਡਰ ਨਾਲ ਮਿਲਿਆ, ਉਹ ਕਹਿੰਦੇ ਕਿ ਮਠਿਆਈ ਤੁਸੀਂ ਲੈ ਲਓ, ਸਾਡੇ ਕੋਲ ਖਾਲੀ ਡੱਬਾ ਰਹਿ ਜਾਣਾ। ਇਹ ਅਮਿਤ ਸ਼ਾਹ ਦੇ ਬੋਲ ਸੀ। ਫਿਰ ਕੀ ਝਗੜਾ? ਇਹ ਮੁੱਛ ਦਾ ਝਗੜਾ। ਉਹ ਕਹਿੰਦੇ ਡੱਬਾ ਵੀ ਸਾਨੂੰ ਦਿਓ। ਅਸੀਂ ਡੱਬਾ ਨਹੀਂ ਦਿਓ, ਇਹ ਹੰਕਾਰ ਆ। ਇੰਨਾ ਹੰਕਾਰ ਨਹੀਂ ਹੋਣਾ ਚਾਹੀਦਾ। ਦੋਵੇਂ ਪਾਸੇ ਹੰਕਾਰ ਦੀ ਗੱਲ ਹੋ ਰਹੀ ਹੈ, ਦੋਵੇਂ ਪਾਸੇ ਹੰਕਾਰ ਦੀ ਗੱਲ। ਲੀਡਰ ਕਹਿ ਰਹੇ ਨੇ ਕਿ ਬੀਜੇਪੀ ਦੇ ਵਿੱਚ ਬਹੁਤ ਜ਼ਿਆਦਾ ਹੰਕਾਰ ਹੈ। ਉਹ ਸਾਰੀਆਂ ਤਾਂ ਗੱਲਾਂ ਮੰਨ ਲਈਆਂ, ਹੋਰ ਬੀਜੇਪੀ ਉਹਨਾਂ ਦਾ ਕੀ ਕਰਦੇ? ਮੋਦੀ ਜੀ ਨੇ ਸਾਰਾ ਕੁਝ ਤਾਂ ਮੰਨ ਲਿਆ। ਉਹਨਾਂ ਲੋਕਾਂ ਦੀ, ਇਹ ਲੀਡਰਾਂ ਦੀ ਰਿਸਪੈਕਟ ਨਹੀਂ ਹੈ, ਇਹ ਉਹਨਾਂ ਲੋਕਾਂ ਦੀ ਰਿਸਪੈਕਟ ਹੈ ਜਿਹੜੇ ਸੜਕਾਂ ਤੇ ਬੈਠੇ ਆ ਇਸ ਸਰਦੀ 'ਚ। ਸਰਕਾਰ ਨੇ ਸਾਰਾ ਕੁਝ ਮੰਨ ਲਿਆ। ਹੁਣ ਤਾਂ ਐਵੇਂ ਖਾਮ ਖਾਦਾ। ਤੁਸੀਂ ਵੀ ਹੁਣ ਪੱਤਰਕਾਰਾਂ ਨੂੰ ਮੇਰੀ ਇੱਕ ਪ੍ਰਾਰਥਨਾ, ਅੱਗ ਲਾਊ ਦਸਤਾ ਨਾ ਬਣੋ, ਅੱਗ ਬੁਝਾਊ ਬਣੋ, ਤੇ ਇਹਨਾਂ ਨੂੰ ਸਮਝਾਓ, ਸਿੱਧੇ ਰਾਹ ਪਾਓ, ਇਹ ਕੰਮ ਬੰਦ ਕਰੋ। ਅਸੀਂ ਤਾਂ ਪਹਿਲੇ ਦਿਨ ਤੋਂ ਲੱਗੇ ਹੋਏ ਆ। ਇਹ ਤਾਂ ਬੀਜੇਪੀ ਫੇਲ ਹੋਈ ਨਾ ਕਿਸਾਨਾਂ ਨੂੰ ਸਮਝਾਉਣ 'ਚ। ਕਿਸਾਨਾਂ ਨੂੰ ਤੁਸੀਂ ਸਮਝਾ ਹੀ ਨਹੀਂ ਸਕੇ ਵੀ ਇਹ ਕਾਨੂੰਨ ਤੁਹਾਡੇ ਫਾਇਦੇ ਲਈ ਹੈ ਜਾਂ ਨੁਕਸਾਨ ਦੇ ਲਈ ਹੈ। ਉਹ ਕਹਿੰਦੇ ਸਾਡੇ ਨੁਕਸਾਨ ਲਈ ਹੈ। ਭਾਈ ਨੁਕਸਾਨ ਲਈ ਤਾਂ ਕਰਤਾ ਨਾ, ਫਿਰ ਅਮੈਂਡਮੈਂਟਸ ਜੋ ਉਹਨਾਂ ਨੇ ਕਿਹਾ ਉਹ ਕਰਤੀਆਂ। ਰਹਿ ਕੀ ਗਿਆ? ਤੁਸੀਂ ਮੰਨਦੇ ਹੋ ਕਿ ਇਹ ਨੁਕਸਾਨਦਾਇਕ ਸੀ? ਨਹੀਂ, ਨੁਕਸਾਨਦਾਇਕ ਸੀ। ਉਸ ਦੇ ਬਾਵਜੂਦ ਵੀ ਉਹਨਾਂ ਲੋਕਾਂ ਦੀ ਰਿਸਪੈਕਟ ਹੈ ਜਿਹੜੇ ਸੜਕਾਂ ਤੇ ਬੈਠੇ ਆ, ਉਹਨਾਂ ਦੀ ਇੱਜ਼ਤ ਕੀਤੀ ਹੈ। ਇਹ ਕਿਸਾਨ ਲੀਡਰਾਂ ਦੀ ਵੀ ਇੱਜ਼ਤ ਕੀਤੀ ਹੈ। ਇੱਜ਼ਤ ਇੱਕ ਲਿਮਿਟ ਤੱਕ ਹੀ ਹੁੰਦੀ ਹੈ ਜਿਹੜੀ ਕਰਵਾਉਣੀ ਹੁੰਦੀ ਹੈ। ਹੁਣ ਤਾਂ ਇਹ ਕੋਈ ਸਮਝਦਾਰੀ ਵਾਲਾ ਕੰਮ ਨਹੀਂ ਹੋ ਰਿਹਾ ਜਿਹੜਾ ਹੋ ਰਿਹਾ। ਇਹ ਤੁਸੀਂ ਵੀ ਉਹਨਾਂ ਨੂੰ ਕਹੋ, ਉਹਨਾਂ ਤੋਂ ਪੁੱਛੋ ਕਿ ਜੇ ਖਾਲੀ ਡੱਬਾ ਤੁਸੀਂ ਕਹਿੰਦੇ ਹੋ, ਤੁਸੀਂ ਖਾਲੀ ਡੱਬਾ ਲਿਜਾ ਕੇ ਘਰੇ ਲਿਜਾਣਾ? ਕੋਈ ਇਹਦੇ 'ਚ ਕੁਛ ਹੈਗਾ ਤੁਹਾਡੇ ਕੋਲ ਪਾਉਣਾ? ਇਹਦੇ 'ਚ ਕੁਛ ਰੱਖਣਾ ਸੰਭਾਲ ਕੇ ਖਾਲੀ ਡੱਬੇ 'ਚ? ਇਹ ਕੋਈ ਗੱਲਾਂ ਨਹੀਂ ਕਰਨ ਵਾਲੀਆਂ। ਬੀਜ ਜੇ ਰਹਿ ਗਿਆ ਤਾਂ ਫਿਰ ਉਹਦੇ ਉੱਤੇ ਕੋਈ ਨਾ ਕੁਝ ਚੀਜ਼ ਪੁੰਗਰੀ ਪੈਣੀ ਹੈ। ਅਰੇ ਭਾਈ, ਏਦਾਂ ਨਾ ਦੇਸ਼ ਨੂੰ ਕੋਈ ਖਤਮ ਕਰ ਸਕਦਾ, ਨਾ ਸਰਕਾਰਾਂ ਨੂੰ ਕਰ ਸਕਦਾ। ਜੇ 4 ਲੋਕ ਪਿੱਛੇ ਜਿੰਦਾਬਾਦ ਕਰਦੇ ਆ, ਏਦਾਂ ਦਾ ਹੰਕਾਰ ਨਹੀਂ ਹੋਣਾ ਚਾਹੀਦਾ। ਇਹ ਖਤਮ ਕਰੋ ਇਸ ਗੱਲ ਨੂੰ। ਇਹ ਕਿਹੜੀ ਵਿਚਾਰਧਾਰਾ ਇਹ ਗੱਲ ਕਹਿੰਦੀ ਹੈ? ਕਈ ਲੋਕ ਉਹਨਾਂ 'ਚ ਬਹੁਤ ਸੂਝਵਾਨ ਨੇ, ਤੇ ਮੈਨੂੰ ਨਹੀਂ ਪਤਾ ਇਹ ਕਿੱਥੋਂ ਗੱਲਾਂ ਆ ਰਹੀਆਂ ਨੇ, ਕਿਉਂ ਆ ਰਹੀਆਂ ਨੇ। ਉੱਥੇ ਜਿਹੜੇ ਵਿੱਚ ਜਲਸੇ ਜਾ ਕੇ ਬੈਠੇ ਹੋਏ ਸੀ ਲੋਕ, ਇੱਕੋ ਖਾਲਿਸਤਾਨ ਦਾ ਲਾ ਕੇ ਬੈਠਾ ਸੀ, ਉਹ ਕੀ ਕਹਿ ਰਹੇ ਸੀ ਸਰਦਾਰ ਜੀ ਪਤਾ? ਉਹਨਾਂ ਗੱਲਾਂ ਦਾ ਸਮਰਥਨ ਕਰਦੇ ਹੋ ਤੁਸੀਂ ਕਿ ਅਸੀਂ ਇੰਦਰਾ ਗਾਂਧੀ ਦੀਆਂ ਟੰਗਾਂ ਉੱਪਰ ਕਰਤੀਆਂ ਤੇ ਹੁਣ ਅਸੀਂ ਕਿਸੇ ਹੋਰ ਦੀਆਂ ਕਰਨੀਆਂ ਨੇ? ਮੈਂ ਉਹ ਬੋਲਣੀ ਵੀ ਨਹੀਂ ਚਾਹੁੰਦਾ ਗੱਲ, ਇੰਨੀ ਸ਼ਰਮ ਆਉਂਦੀ ਹੈ ਬੋਲਦੇ ਹੋਏ। ਇਹ ਕੋਈ ਗੱਲਾਂ ਨਹੀਂ ਕਰਨ ਵਾਲੀਆਂ। ਇਹੋ ਜਿਹੇ ਲੋਕ ਉੱਥੇ ਬਿਠਾ ਰੱਖੇ ਨੇ, ਉਹਨਾਂ ਨੂੰ ਹਟਾ ਕੇ ਘਰ ਭੇਜਣਾ ਚਾਹੀਦਾ ਸੀ। ਇਹਨਾਂ ਨੂੰ ਅਲੱਗ ਥਲੱਗ ਕਰਨਾ ਚਾਹੀਦਾ। ਉਹਨਾਂ ਨੂੰ ਪਤਾ ਨਹੀਂ ਕੌਣ ਲੋਕ ਨੇ ਪਿੱਛੇ। ਇਹ ਚੀਜ਼ਾਂ ਬੰਦ ਕਰਵਾਓ। ਇਹਨੂੰ ਪੱਤਰਕਾਰਾਂ ਨੂੰ ਵੀ ਚਾਹੀਦਾ ਕਿ ਇਹਨਾਂ ਚੀਜ਼ਾਂ ਨੂੰ ਬਿਲਕੁਲ ਨਾ ਦਿਖਾਉਣ। ਇਹੋ ਜਿਹੇ ਘਟੀਆ ਲੋਕਾਂ ਨੂੰ ਨਹੀਂ ਦਿਖਾਉਣਾ ਚਾਹੀਦਾ ਜਿਹੜੇ ਇਹੋ ਜਿਹੀਆਂ ਘਟੀਆ ਗੱਲਾਂ ਕਰਦੇ ਆ। ਜਿਹੜੇ ਪੱਤਰਕਾਰ ਉਹ ਹੋਰ ਨੇ ਜਿਹੜੇ ਦਿਖਾ ਰਹੇ ਨੇ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਅਸੀਂ ਨਹੀਂ, ਪੰਜਾਬ ਦੇ ਮੀਡੀਆ ਨੇ ਤਾਂ ਕਿਸੇ ਨੇ ਵੀ ਨਹੀਂ ਦਿਖਾਇਆ। ਨੈਸ਼ਨਲ ਮੀਡੀਆ ਜ਼ਿਆਦਾ ਦਿਖਾ ਰਿਹਾ। ਵੈਸੇ ਨੈਸ਼ਨਲ ਮੀਡੀਆ ਨੂੰ ਤੁਸੀਂ ਕਹਿਣਾ ਜਿੱਦਾਂ ਤੁਹਾਡਾ ਜ਼ਿਆਦਾ ਕੰਟਰੋਲ ਆ ਨੈਸ਼ਨਲ ਮੀਡੀਆ ਦੇ ਉੱਤੇ, ਪਰ ਪੰਜਾਬ ਦਾ ਜਿਹੜਾ ਮੀਡੀਆ ਹੈ ਉਹ ਤਾਂ ਗੱਲ ਕਰ ਰਿਹਾ ਜੋ ਤੁਸੀਂ ਕਹਿ ਰਹੇ ਹੋ ਤੁਹਾਡੀ ਕਰ ਰਹੇ ਹਾਂ। ਅਸੀਂ ਤੁਹਾਡੇ ਕੋਲ ਚੱਲ ਕੇ ਆਏ ਹਾਂ, ਤੁਸੀਂ ਆਪਣੀ ਗੱਲ ਰੱਖੋ, ਇਸ ਕਿਸਾਨਾਂ ਦੀ ਆਪ ਰੱਖ ਰਹੇ ਹਾਂ। ਉਹਨਾਂ ਨੂੰ ਪੁੱਛੋ ਕਿਸਾਨ ਲੀਡਰਾਂ ਨੂੰ ਕਿ ਭਾਈ ਤੁਸੀਂ ਹੁਣ ਕਿਉਂ ਬੈਠੇ ਹੋ? ਇਹ ਇੰਨਾ ਹੰਕਾਰ, ਇੰਨੀ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਜਦੋਂ ਇੰਨੇ ਲੋਕ ਪਿੱਛੇ ਲੱਗ ਜਾਣ। ਜੇ ਹੁਣ ਸਮਝਦਾਰੀ ਤੋਂ ਕੰਮ ਨਹੀਂ ਲੈਣਾ ਤਾਂ ਉਹਨਾਂ ਲੋਕਾਂ ਨੇ ਉਹਨਾਂ ਤੋਂ ਦੂਰ ਹਟ ਜਾਣਾ। ਮਹੀਨੇ 15 ਦਿਨ ਦੀ ਗੱਲ ਆ। ਉਹਨਾਂ ਨੂੰ ਕਹੋ ਕਿ ਇਹ ਜ਼ਿਆਦਾ ਨਹੀਂ ਹੈ, ਇਹ ਜ਼ਿਆਦਾ ਤਾਂ ਜਾ ਕੇ ਉੱਥੇ ਫਿਰ ਸੜਕਾਂ ਤੇ ਹੀ ਰਹਿਣਾ, ਆਪਾਂ ਖੇਤਾਂ 'ਚ ਹੀ ਰਹਿਣਾ।
ਤੇ ਉਹਨਾਂ ਖੇਤਾਂ ਨੇ ਹੀ ਸਾਨੂੰ ਰੋਟੀ ਦੇਣੀ ਆ, ਔਰ ਉਹੀ ਮੋਦੀ ਜੀ ਨੇ ਕਾਨੂੰਨ ਬਣਾਉਣੇ ਆ, ਉਹੀ ਸਾਰਾ ਕੁਝ ਹੋਣਾ। ਜਦੋਂ ਉਹਨਾਂ ਨੇ ਸਾਰਾ ਤੁਹਾਡਾ ਕਰਤਾ, ਜੋ ਜੋ ਤੁਸੀਂ ਖਦਸ਼ੇ ਜ਼ਾਹਰ ਕੀਤੇ, ਉਹਨਾਂ ਨੇ ਕਿਹਾ ਬਿਜਲੀ ਦਾ ਐਕਟ ਖਤਮ ਨਹੀਂ ਲਾਗੂ ਹੁੰਦਾ, ਉਹਨਾਂ ਨੇ ਕਿਹਾ ਸਟਬਲ ਬਰਨਿੰਗ 1 ਕਰੋੜ ਜੁਰਮਾਨਾ ਤੇ 5 ਸਾਲ ਦੀ ਸਜ਼ਾ ਉਹ ਖਤਮ, ਤੇ ਉਹਨਾਂ ਨੇ ਕਿਹਾ ਕਿ ਸਾਡੀਆਂ ਮੰਡੀਆਂ ਭਾਈ ਉਸੇ ਤਰ੍ਹਾਂ ਹੀ ਰਹਿਣਗੀਆਂ, ਠੀਕ ਹੈ। ਤੇ ਮੰਡੀਆਂ ਦੀ ਡਿਵੈਲਪਮੈਂਟ ਦੇ ਲਈ 10,000 ਕਰੋੜ ਰੁਪਇਆ ਸਰਕਾਰ ਨੇ ਹੋਰ ਕੀਤਾ ਕਿ ਆਧੁਨਿਕੀਕਰਨ ਹੋਏਗਾ ਉਹਨਾਂ ਮੰਡੀਆਂ ਦਾ, ਤੇ ਹੋਰ ਕੀ ਕਰ ਦੇਵੇ ਸਰਕਾਰ। ਜਿਹੜੀਆਂ ਚੀਜ਼ਾਂ ਉਹਨਾਂ ਨੇ ਕਹੀ ਸਾਰੀਆਂ ਤਾਂ ਮੰਨ ਲਈਆਂ। ਐਮਐਸਪੀ ਵੀ ਲਿਖ ਕੇ ਦੇ ਰਹੇ ਹੋ 22 ਦੀ 22 ਫਸਲਾਂ ਦੇ, ਬਿਲਕੁਲ ਦੇ ਰਹੇ ਆ, ਕਹਿਤਾ ਉਹ ਤਾਂ ਆ ਗਿਆ ਤੁਹਾਡੇ ਕੋਲ, ਤੁਸੀਂ ਚੈਨਲ ਵਾਲੇ ਦਿਖਾ ਰਹੇ ਹੋ। ਤਾਂ ਇਸ ਕਰਕੇ ਕੋਈ ਐਸੀ ਗੱਲ ਨਹੀਂ ਹੈ, ਹੁਣ ਸਾਨੂੰ ਇੰਨਾ ਨਹੀਂ ਇਹਦੇ 'ਚ ਪੈਣਾ ਚਾਹੀਦਾ। ਤਾਂ ਠੀਕ ਹੈ, ਫੋਨ ਸੁਣ ਲਓ ਤੁਸੀਂ। ਇੱਕ ਗੱਲ ਹੋਰ ਇਹ ਦੱਸੋ ਕਿ ਸੰਘਰਸ਼ ਜਿਹੜਾ ਵਾ ਹੋਰ ਤਿੱਖਾ ਕਰਨ ਦੀ ਸੋਚ ਰਹੇ ਨੇ ਕਿਸਾਨ, ਸੰਘਰਸ਼ ਹੋਰ ਤਿੱਖਾ ਕਰਨ ਬਾਰੇ ਗੱਲ ਕਰ ਰਹੇ ਨੇ। 12 ਤਰੀਕ ਨੂੰ ਕੱਲ ਦਾ ਐਲਾਨ ਜੇ ਤੁਸੀਂ ਸੁਣਿਆ ਹੋਊਗਾ, 12 ਤਰੀਕ ਦਾ ਕਹਿੰਦੇ ਨੇ ਕਿ ਜੈਪੁਰ ਤੇ ਦਿੱਲੀ ਹਾਈਵੇ ਬੰਦ ਕਰ ਦਾਂਗੇ। 14 ਤਰੀਕ ਤੋਂ ਪੂਰੇ ਦੇਸ਼ ਭਰ ਦੇ ਜਿਹੜੇ ਡੀਸੀ ਕੰਪਲੈਕਸ ਹੈਗੇ ਨੇ ਉਹਨਾਂ ਦੇ ਅੱਗੇ ਧਰਨੇ ਦਿੱਤੇ ਜਾਣਗੇ, ਰਿਲਾਇੰਸ ਦੇ ਮਾਲ ਬੰਦ ਕੀਤੇ ਜਾਣਗੇ, ਜੀਓ ਦੀਆਂ ਜਿਹੜੀਆਂ ਸਿੰਮਾਂ ਨੇ ਉਹਨਾਂ ਦਾ ਬਾਈਕਾਟ ਕੀਤਾ ਜਾਊਗਾ, ਉਹਨੂੰ ਪੋਰਟ ਕਰਵਾਇਆ ਜਾਊ ਹੋਰ ਕੰਪਨੀਆਂ ਦੇ ਵਿੱਚ। ਸੰਘਰਸ਼ ਤਾਂ ਹੋਰ ਤਿੱਖਾ ਹੋ ਰਿਹਾ ਹੈ। ਬੀਜੇਪੀ ਲੀਡਰਸ਼ਿਪ ਇਹਨੂੰ ਥੰਮਣ ਦੇ ਲਈ ਜਾਂ ਕਿਸਾਨਾਂ ਨੂੰ ਸਮਝਾਉਣ ਦੇ ਲਈ ਕਿਹੜੀ ਵਿਉਂਤਬੰਦੀ ਬਣਾ ਰਹੀ ਹੈ ਹੁਣ ਨਵੀਂ? ਦੇਖੋ ਕੀ ਕਰ ਰਹੇ ਆ, ਪੰਜਾਬ ਸਟੇਟ ਦਾ ਸੱਤਿਆਨਾਸ਼ ਕਰਨ ਨਾਲ ਜਾ ਰਹੇ ਆ। ਨਾ ਤਾਂ ਕੋਈ ਇਨਵੈਸਟਮੈਂਟ ਕਰਨ ਵਾਲਾ ਆਉਣ ਵਾਲੇ 10 ਸਾਲ ਉੱਥੇ ਆਉਣਾ, ਨਾ ਕਿਸੇ ਨੇ ਹੋਰ ਕਰਨਾ। ਹੁਣ ਜਿਹੜੇ ਇਹ ਪੈਟਰੋਲ ਪੰਪ ਨੇ ਰਿਲਾਇੰਸ ਦੇ, ਇਹ ਰਿਲਾਇੰਸ ਦੇ ਨੇ, ਇਹ ਤਾਂ ਮੇਰੇ ਵਰਗੇ ਤੁਹਾਡੇ ਵਰਗੇ ਬੰਦਿਆਂ ਨੇ ਉਹਨਾਂ ਤੋਂ ਏਜੰਸੀ ਲਈ ਹੋਈ ਹੈ, ਉਹਨਾਂ ਦੇ ਨੇ, ਨਿੱਜੀ ਪੈਟਰੋਲ ਪੰਪ ਨੇ ਇਹ। ਉਹਨਾਂ ਨੂੰ ਉਹ ਤਾਂ ਕਮਿਸ਼ਨ ਤੇ ਕੰਮ ਕਰਦੇ ਆ ਵਿਚਾਰੇ, ਜਿਹੜੀ ਉਹਨਾਂ ਨੂੰ ਕਮਾਈ ਆਉਂਦੀ ਸੀ ਉਹਨਾਂ ਦੀ ਬੰਦ ਕਰਾਤੀ। ਕੱਲ ਨੂੰ ਕੌਣ ਉੱਥੇ ਲਾਏਗਾ ਜੀ? ਉਹ ਅਗਲਾ ਕਹੇਗਾ ਪੰਜਾਬ ਤੋਂ ਬਾਹਰ ਲਾਓ ਯਾਰ, ਉੱਥੇ ਨਾ ਲਾਓ, ਠੀਕ ਹੈ। ਮਾਲ ਬੰਦ ਕਰਨੇ ਆ, ਮਾਲ ਹੁਣ ਕਿੰਨਾ ਦੇ ਨੇ? ਦੁਕਾਨਾਂ ਤਾਂ ਵਿੱਚ ਨਿੱਜੀ ਨੇ, ਸਭ ਦੀਆਂ ਨਿੱਜੀ ਨੇ, ਕਿਸੇ ਦਾ ਕੁਝ ਨਹੀਂ ਹੈ। ਉਹ ਮਾਲ ਹੁਣ ਕਿਸੇ ਦਾ ਨਹੀਂ ਰਹਿ ਗਿਆ, ਤੇ ਉਹ ਬੰਦ ਕਰ ਦੇਣੇ ਹੈ ਜੀ। ਤੇ ਹੋਰ ਪ੍ਰਾਈਵੇਟ ਇਨਵੈਸਟਮੈਂਟ ਜਿਨ੍ਹਾਂ ਨੇ ਕੀਤੀਆਂ ਨੇ, ਥਰਮਲ ਲਾਏ ਨੇ ਜਾਂ ਹੋਰ ਲਾਏ ਨੇ, ਤੇ ਉਹਨਾਂ ਦੇ ਬਾਹਰ ਬੈਠ ਕੇ ਜੀ ਇਹ ਬੰਦ ਕਰਨੇ ਆ ਜੀ ਸਾਰੇ। ਤੇ ਉੱਥੇ ਕੌਣ ਇਨਵੈਸਟਮੈਂਟ ਕਰੂਗਾ? ਜਦੋਂ ਇਨਵੈਸਟਮੈਂਟ ਨਹੀਂ ਆਊਗੀ ਤਾਂ ਰੁਜ਼ਗਾਰ ਕਿੱਥੋਂ ਮਿਲੂ, ਇੰਪਲੋਇਮੈਂਟ ਕਿੱਥੋਂ ਮਿਲੂਗੀ? ਇਹਨਾਂ ਨੂੰ ਇਹ ਪੁੱਛੋ ਜਾ ਕੇ, ਇਹ ਕੀ ਕਰਨਾ ਚਾਹੁੰਦੇ ਨੇ, ਕਿੱਥੋਂ ਲਿਆਉਣਗੇ ਇਨਵੈਸਟਮੈਂਟ, ਕੀ ਕਰਨਗੇ? ਆ ਕਮਿਊਨਿਸਟਾਂ ਨੇ ਕੁਝ ਨਹੀਂ ਕਰਨਾ। ਕਮਿਊਨਿਸਟਾਂ ਨੇ ਜਿਹੜੇ ਮੁਲਕ 'ਚ ਵੀ ਇਹ ਗਏ ਨੇ ਉਸੇ ਦਾ ਸੱਤਿਆਨਾਸ਼ ਕੀਤਾ। ਜਿਹੜੇ ਮੁਲਕ 'ਚ ਰਹਿੰਦੇ ਨੇ ਉੱਥੇ ਗੱਦਾਰੀ ਕਰਦੇ ਆ ਇਹ। ਇਹਨਾਂ ਨੇ ਕੀ ਕਰਨਾ? ਇਹਨਾਂ ਦੇ ਪ੍ਰਭਾਵ 'ਚ ਕਿਉਂ ਗੱਲ ਕਰਦੇ ਨੇ? ਪਰ ਉੱਥੇ ਤਾਂ ਕਹਿੰਦੇ ਕਿ ਕਿਸਾਨ ਬੈਠਾ, ਉੱਥੇ ਤਾਂ ਕੋਈ ਪਾਰਟੀਬਾਜ਼ੀ ਹੈ ਨਹੀਂ, ਨਾ ਕੋਈ ਸਿਆਸੀ ਪਾਰਟੀ ਆ, ਨਾ ਉਹਦੇ ਵਿੱਚ ਤਾਂ ਕਿਹੜਾ ਕਿਸਾਨ। ਉੱਥੇ ਗਰੇਵਾਲ ਸਾਹਿਬ, ਮੈਂ ਇੱਕ ਸਟੋਰੀ ਕੀਤੀ, 6 ਸਾਲ ਦੀ ਬੱਚੀ ਵੀ ਹੈਗੀ ਆ ਤੇ 95 ਸਾਲ ਦਾ ਬਜ਼ੁਰਗ ਵੀ ਉੱਥੇ ਬੈਠਾ। ਅਰੇ ਭਾਈ ਕਿਸਾਨ ਬੈਠਾ, ਉਹ ਤਾਂ ਪਿੱਛੇ ਵਿਚਾਰੇ ਲਾਗੇ ਆ ਗਏ ਵੀ ਸਾਡੀਆਂ ਮੰਗਾਂ ਨੇ ਜੀ, ਅਸੀਂ ਪੂਰੀਆਂ ਕਰਾਉਣੀਆਂ। ਉਹ ਮੰਗਾਂ ਪੂਰੀਆਂ ਹੋ ਗਈਆਂ, ਉਹਨਾਂ ਨੂੰ ਤਾਂ ਗੁੰਮਰਾਹ ਕਰਕੇ ਬਿਠਾਇਆ ਹੋਇਆ। ਹੁਣ ਮੰਗਾਂ ਵਾਲੀ ਤਾਂ ਗੱਲ ਹੀ ਨਹੀਂ ਕਿਤੇ ਕਰ ਰਹੇ, ਉਹ ਕਹਿੰਦੇ ਅਸੀਂ ਤਾਂ ਕਾਨੂੰਨ ਰੱਦ ਕਰਵਾਉਣ ਆਏ ਆ। ਭਾਈ ਕਾਨੂੰਨ 'ਚ ਰਹਿ ਕੀ ਗਿਆ? ਤੁਸੀਂ ਪੜ੍ਹੇ ਲਿਖੇ ਹੋ, ਸਮਝਦਾਰ ਹੋ, ਮੈਨੂੰ ਦੱਸੋ ਕੀ ਰਹਿ ਗਿਆ ਉਹਦੇ 'ਚ? ਕੀ ਆ ਉਹ ਕਾਨੂੰਨ? ਜੋ ਉਹਨਾਂ ਨੇ ਕਿਹਾ ਜਦੋਂ ਉਹਦੇ 'ਚ ਲਿਖਤਾ ਸਾਰਾ, ਜੇ ਉਹ ਲਾਗੂ ਵੀ ਹੋ ਜਾਊਗਾ ਕਾਨੂੰਨ, ਤਾਂ ਉਹਨਾਂ ਦੀਆਂ ਗੱਲਾਂ ਲਾਗੂ ਹੋ ਰਹੀਆਂ, ਸਰਕਾਰ ਦਾ ਥੋੜਾ ਕੁਝ ਲਾਗੂ ਹੋ ਰਿਹਾ। ਜੋ ਕਿਸਾਨਾਂ ਨੇ ਕਹਤਾ ਉਹੀ ਤਾਂ ਲਾਗੂ ਹੋ ਰਿਹਾ। ਫਿਰ ਹੰਕਾਰ ਕਿਸ ਚੀਜ਼ ਦਾ, ਜਿੱਦ ਕਿਸ ਚੀਜ਼ ਦੀ? ਕਿਉਂ ਇਹ ਟੋਲ ਬੰਦ ਕਰਨਗੇ? ਕਿਉਂ ਇਹ ਪੂਰੇ ਦੇਸ਼ 'ਚ ਕਰਨਗੇ? ਇਹ ਕੋਈ ਗੱਲਾਂ ਨੇ ਕਰਨ ਵਾਲੀਆਂ? ਕੱਲ ਨੂੰ ਕੋਈ ਨਾ ਸੜਕ ਬਣਾਵੇ ਤੇ ਨਾ ਕੁਛ ਕਰੇ ਇੱਥੇ ਆ ਕੇ, ਨਾ ਕੋਈ ਇਨਵੈਸਟਮੈਂਟ ਕਰੇ। ਉਹ ਕਰ ਰਹੇ ਨੇ, ਇਹ ਕਮਿਊਨਿਸਟ ਕਰਵਾ ਰਹੇ ਆ, ਮਾਰਕਸਿਸਟ ਲੈਨਿਸਟ ਕਰਵਾ ਰਹੇ ਆ, ਮਾਓਵਾਦੀ। ਕਿਉਂ ਕਰ ਰਹੇ ਨੇ? ਗਰੇਵਾਲ ਸਾਹਿਬ ਇਹ ਦੱਸੋ, ਕਲੀਅਰ ਕਰੋ ਕਿ ਇਹਨਾਂ ਨੂੰ ਦਿੱਲੀ ਜਾਣ ਤੋਂ ਕਿਉਂ ਰੋਕਿਆ ਗਿਆ? ਕਿਹਨਾਂ ਨੂੰ? ਕਿਸਾਨਾਂ ਨੂੰ। ਅਰੇ ਵੀ ਹਰ ਸਟੇਟ ਦਾ ਆਪਣਾ ਆਪਣਾ ਲਾਅ ਐਂਡ ਆਰਡਰ ਆ। ਉਹਨਾਂ ਨੇ ਦਿੱਲੀ ਜਾਣ ਤੋਂ ਰੋਕ ਲਿਆ। ਹਰ ਸਟੇਟ ਨੇ ਆਪਣਾ ਦੇਖਣਾ ਕਿ ਉਹਨੇ ਆਪਣੀ ਕਾਨੂੰਨ ਵਿਵਸਥਾ ਕਿਸ ਤਰ੍ਹਾਂ ਬਣਾਉਣੀ ਹੈ। ਉਹ ਕੋਈ ਬੀਜੇਪੀ ਨੇ ਰੋਕਤਾ, ਕੋਈ ਅਸੀਂ ਰੋਕਤਾ? ਹਰਿਆਣਾ ਦੀ ਸਰਕਾਰ ਨੇ। ਨੈਸ਼ਨਲ ਹਾਈਵੇ ਪੱਟ ਦਿੱਤੇ ਗਏ, ਉਹ ਤਾਂ ਤੁਹਾਡੇ ਅੰਡਰ ਆਉਂਦੇ ਸੀਗੇ ਨਾ। ਅਰੇ ਉਸ ਸਰਕਾਰ ਨੇ ਕੀ ਕਰਨਾ, ਇਹ ਉਹਨਾਂ ਤੋਂ ਪੁੱਛੋ ਜਾ ਕੇ ਸਵਾਲ। ਇਹ ਮੇਰਾ ਤਾਂ ਸਵਾਲ ਨਹੀਂ ਹੈ, ਮੈਂ ਤਾਂ ਰੁਕਵਾਇਆ ਨਹੀਂ ਕਿਸੇ ਨੂੰ। ਅਸੀਂ ਤਾਂ ਆ ਕੇ ਸਵਾਗਤ ਕੀਤਾ ਕਿ ਭਾਈ ਤੁਸੀਂ ਬੈਠੇ ਹੋ, ਚੰਗੀ ਗੱਲ ਆ ਤੁਹਾਡੀ। ਤਾਂ ਉਹਨਾਂ ਦਾ ਅਥਰੂ ਗੈਸ ਨਾਲ ਹੋਇਆ, ਪਾਣੀਆਂ ਨਾਲ ਹੋਇਆ। ਉਹ ਤਾਂ ਜਿਨ੍ਹਾਂ ਨੇ ਕੀਤਾ ਉਹਨਾਂ ਨੇ ਕੀਤਾ ਨਾ, ਉਹਨਾਂ ਨੂੰ ਪੁੱਛੋ। ਮੈਂ ਥੋੜਾ ਕਰਤਾ ਉਹ, ਜਾਂ ਮੇਰੀ ਬੀਜੇਪੀ ਨੇ ਥੋੜਾ ਕਰਤਾ। ਉਹ ਤਾਂ ਸਰਕਾਰਾਂ ਦੀ ਨੀਤੀ ਹੁੰਦੀ ਹੈ। ਨੁਮਾਇੰਦੇ ਸੀਗੇ ਪੰਜਾਬ ਦੇ, ਤੁਸੀਂ ਤਾਂ ਸਗੋਂ ਅੱਗੇ ਲਾ ਕੇ ਇਹਨਾਂ ਨੂੰ ਨਾਲ ਲੈ ਕੇ ਚੱਲਦੇ ਕਿ ਆਓ ਆਪਾਂ ਜੰਤਰ ਮੰਤਰ ਚੱਲਦਾ। ਮੇਰੀ ਪਾਰਟੀ ਨਹੀਂ ਹੈ, ਮੇਰੀ ਸਰਕਾਰ ਨਹੀਂ ਹੈ। ਹੈ ਅਸੀਂ ਉਹਨਾਂ ਦਾ ਗੱਲ ਤਾਂ ਕਰਵਾਤੀ, ਜੋ ਜੋ ਕਰ ਸਕਦੇ ਸੀ ਕਿਸਾਨ ਹੋਣ ਦੀ ਵਜ੍ਹਾ ਕਰਕੇ ਕਰਵਾਈ ਨਾ ਵਿੱਚ। ਅੱਛਾ, ਕੋਈ ਚਰਚਾ ਇਹ ਚੱਲ ਰਹੀ ਹੈ ਕਿ ਕਾਨੂੰਨ ਰੱਦ ਕਰਨੇ? ਕਾਨੂੰਨ ਨਾਲ ਕੋਈ ਰਹਿ ਹੀ ਨਹੀਂ। ਕਾਨੂੰਨ 'ਚ ਕੁਛ ਗਿਆ ਤਾਂ ਪਾਗਲਪਨ ਵਾਲੀਆਂ ਗੱਲਾਂ ਨੇ, ਕਾਨੂੰਨ ਰੱਦ ਕਰਨੇ। ਮੈਨੂੰ ਨਹੀਂ ਸਮਝਦਾ, ਤੁਸੀਂ ਤਾਂ ਪੱਤਰਕਾਰ ਹੋ, ਪੜ੍ਹੇ ਲਿਖੇ ਹੋ। ਉਹਦੇ 'ਚ ਰਹਿ ਕੀ ਗਿਆ ਮੈਨੂੰ ਇਹ ਦੱਸ ਦਿਓ ਪਹਿਲਾਂ। ਉਸ ਕਾਨੂੰਨ ਦੇ ਅੰਦਰ ਕੀ ਆ ਉਹ ਦੱਸ ਦਿਓ। ਜੇ ਕੁਝ ਹੈ ਤਾਂ ਦੱਸੋ। ਜਿਹੜੀਆਂ ਗੱਲਾਂ ਇਹਨਾਂ ਨੇ ਕਹੀਆਂ ਨੇ ਉਹੀ ਨੇ ਉਹਦੇ ਅੰਦਰ। ਹੁਣ ਦੂਜੀ ਗੱਲ ਤਾਂ ਰਹਿ ਨਹੀਂ ਗਈ। ਅੱਛਾ ਗਰੇਵਾਲ ਸਾਹਿਬ, ਇਹ ਤੁਸੀਂ ਗੱਲ ਦੱਸ ਰਹੇ ਹੋ ਕਿ ਸਾਨੂੰ ਇਹਨਾਂ ਨੇ ਮੰਗਾਂ ਲਿਖ ਕੇ ਭੇਜੀਆਂ ਨੇ,
ਇਹ ਗੱਲ ਉੱਥੇ ਨਹੀਂ ਹੋ ਰਹੀ। ਉੱਥੇ ਕਹਿੰਦੇ ਕਿ ਅਸੀਂ ਨਾ ਕੋਈ ਮੰਗਾਂ ਦਿੱਤੀਆਂ ਨੇ, ਅਸੀਂ ਇਹ ਜ਼ਰੂਰ ਦੱਸਿਆ ਕਿ ਇਹਦੇ ਵਿੱਚ ਕੀ ਕੀ ਖਾਮੀਆਂ ਨੇ। ਰਾਜੇਵਾਲ ਸਾਹਿਬ ਨਾਲ ਮੇਰੀ ਗੱਲ ਹੋਈ ਸੀ, ਉਹ ਕਹਿੰਦੇ ਸੀ ਕਿ ਸਾਡੇ ਕੋਲ ਖਾਮੀਆਂ ਸੀਗੀ, ਖਾਮੀਆਂ ਦੱਸੀਆਂ ਇਹਨਾਂ ਨੂੰ, ਪਰ ਅਸੀਂ ਇਹ ਨਹੀਂ ਕਿਹਾ ਕਿ ਇਹਨਾਂ ਚੀਜ਼ਾਂ ਦੇ ਸੋਧ ਕਰ ਦਿਓ। ਇਦਾਂ ਰਾਜੇਵਾਲ ਸਾਹਿਬ ਮੇਰੇ ਨੇ ਬਜ਼ੁਰਗ, ਮੈਂ ਉਹਨਾਂ ਦੀ ਬੜੀ ਰਿਸਪੈਕਟ ਕਰਦਾ, ਮੈਂ ਉਹਨਾਂ ਤੇ ਕੋਈ ਕਮੈਂਟਸ ਨਹੀਂ ਕਰਨੇ, ਠੀਕ ਹੈ ਗੱਲ। ਪਰ ਜੋ ਉਹਨਾਂ ਨੇ ਦਿੱਤਾ ਸੀ ਲਿਖ ਕੇ, ਜੋ ਉਹਨਾਂ ਨੇ ਕਿਹਾ ਸੀ, ਉਹ ਸਰਕਾਰ ਨੇ ਕਰਤਾ। ਇਹ ਸੋਧ ਕਰਨ ਲਈ ਤੁਹਾਨੂੰ ਦਿੱਤਾ ਸੀ ਕਿ ਤੁਹਾਨੂੰ ਇਹਨਾਂ ਨੇ ਖਾਮੀਆਂ ਦੱਸੀਆਂ ਸੀ? ਅਮੈਂਡਮੈਂਟ ਲਈ ਸੀ। ਇਹ ਅਮੈਂਡਮੈਂਟ, ਇਹ ਤੁਸੀਂ ਵੱਡੀ ਗੱਲ ਕਹਿ ਰਹੇ ਹੋ। ਹਾਂਜੀ ਹਾਂਜੀ, ਅਮੈਂਡਮੈਂਟ ਲਈ ਸੀ। ਅੱਛਾ, ਤੁਹਾਨੂੰ ਇਹਨਾਂ ਨੇ ਆਪ ਅਮੈਂਡਮੈਂਟ ਦੇ ਲਈ ਇਹ ਚੀਜ਼ਾਂ ਦਿੱਤੀਆਂ ਸੀ ਤੇ ਤੁਸੀਂ ਉਹਨਾਂ ਦੇ ਸਰਕਾਰ ਨੂੰ ਦਿੱਤੀਆਂ ਨੇ, ਮੈਨੂੰ ਕਾਹਦੀਆਂ ਦਿੱਤੀਆਂ ਨੇ? ਸਰਕਾਰ ਕੋਲੋਂ ਸਾਡੇ ਕੋਲ ਆ ਗਈਆਂ, ਮੀਟਿੰਗਾਂ 'ਚ ਦਿੱਤੀਆਂ ਨੇ, ਲਿਖ ਕੇ ਦਿੱਤੇ ਆ, ਪਰਚੇ ਦੇ ਕੇ ਆਏ ਆ। ਹੈਗੇ ਤਾਂ ਸਾਨੂੰ ਸੁਣਾ ਦਿਓ, ਇੱਕ ਵਾਰੀ ਪੜ੍ਹ ਕੇ ਦੱਸ ਦਿਓ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ। ਜਿਹੜੀਆਂ ਸੀਗੀਆਂ ਮੰਡੀਆਂ ਦਾ ਸੀ, ਸਟਬਲ ਬਰਨਿੰਗ ਦਾ ਸੀ, ਹੋਰ ਇਹ 'ਚ ਪੜ੍ਹ ਕੇ ਕਿਹੜਾ ਪਾਠ ਸੁਣਾਉਣਾ? ਉਹਨਾਂ ਨੂੰ ਵੀ ਪਤਾ, ਮੈਨੂੰ ਵੀ ਪਤਾ, ਤੁਹਾਨੂੰ ਵੀ ਪਤਾ, ਠੀਕ ਹੈ। ਤੇ ਇਹਦੇ 'ਚ ਹੀ ਸਟਬਲ ਬਰਨਿੰਗ ਵਾਲਾ ਸੀ, ਇਹ ਸੀਗਾ। ਤੇ ਉਹ ਜਿਹੜਾ ਬਿਜਲੀ ਦਾ ਐਕਟ ਸੀ, ਉਹ ਸਾਡੇ ਤੇ ਲਾਗੂ ਨਾ ਕਰੋ, ਉਹ ਲਾਗੂ ਨਹੀਂ ਹੋਇਆ। ਤੇ ਆ ਮੰਡੀਆਂ ਦਾ ਸੀ ਵੀ ਇਹ ਨਾ ਤੋੜੋ APMC, ਤੇ ਉਹਨਾਂ ਨੇ ਕਹਤਾ ਠੀਕ ਹੈ ਜੀ, ਇਹਨਾਂ ਤੇ ਟੈਕਸ ਲਾਓ ਜੀ, ਜਿਹੜੇ ਬਾਹਰੋਂ ਵੀ ਖਰੀਦਣ ਆਉਣ ਉਹਨਾਂ ਲਾਇਸੈਂਸ ਲੈਣ ਜੀ, ਉਹ ਸਾਰਾ ਰਜਿਸਟ੍ਰੇਸ਼ਨ ਸਟੇਟ ਗਵਰਨਮੈਂਟ ਕਰੇ, ਉਹ ਵੀ ਹੋ ਗਿਆ, ਸਾਰਾ ਕੁਝ ਹੋ ਗਿਆ। ਹੁਣ ਮੰਡੀਆਂ ਰਹਿ ਹੀ ਨਹੀਂ ਗਈਆਂ, ਕੀ ਰਹਿ ਗਿਆ? ਠੀਕ ਹੈ। ਇਹ ਜਦੋਂ APMC ਐਕਟ ਲਾਗੂ ਰਹੇਗਾ ਤਾਂ ਸਰਕਾਰੀ ਖਰੀਦ ਵੀ ਜਾਰੀ ਰਹਿਣੀ ਹੈ। ਉਹਦੇ ਕੀ ਹੈ? ਉਹ ਤਾਂ ਕੋਈ, ਜਿਹੜੇ ਬੰਦੇ ਨੂੰ ਅਕਲ ਨਹੀਂ ਹੈ ਉਹੀ ਬਾਰ-ਬਾਰ ਕਹੇਗਾ ਕਿ ਇਹ ਕਿਉਂ ਰੱਦ ਕਰ ਰਹੇ ਹੋ, ਆ ਕਾਨੂੰਨ ਖਰਾਬ ਆ, ਕਾਨੂੰਨ ਗਲਤ ਆ। ਹੁਣ ਤਾਂ ਜਿਹੜਾ ਕੁਛ ਇਹਨਾਂ ਨੇ ਕਿਹਾ ਉਹੀ ਰਹਿ ਗਿਆ, ਇਹਦੇ 'ਚ ਕੋਈ ਦਿੱਕਤ ਨਹੀਂ ਹੈ ਸੀ। ਮਸਲਾ ਤਾਂ ਇਹ ਹੈ ਕਿ ਚਲੋ ਅਸੀਂ ਨਾ ਉਧਰ ਦੀ ਗੱਲ ਕਰਦੇ ਆ, ਨਾ ਇੱਧਰ ਦੀ ਗੱਲ ਕਰਦੇ ਆ, ਮਸਲਾ ਕਿਵੇਂ ਹੱਲ ਹੋਊਗਾ? ਇਹ ਗਰੇਵਾਲ ਸਾਹਿਬ ਇਹ ਦੱਸੋ ਕਿ ਮਸਲਾ ਕਿਵੇਂ ਹੱਲ ਹੋਊਗਾ? ਤਾਂ ਉਹ ਕਿਹੜਾ ਸਾਡੇ ਦੁਸ਼ਮਣ ਨੇ, ਉਹ ਸਾਡੇ ਹੀ ਨੇ। ਰਾਜੇਵਾਲ ਜੀ ਬੈਠੇ ਆ, ਲੱਖੋਵਾਲ ਜੀ ਬੈਠੇ ਆ, ਬਾਕੀ ਬੈਠੇ ਆ, ਸਾਰੇ ਸਾਡੇ ਹੀ ਪਰਿਵਾਰ ਨੇ, ਅਸੀਂ ਇੱਕੋ ਹੀ ਆ ਸਾਰੇ, ਕੋਈ ਐਸੀ ਗੱਲ ਨਹੀਂ ਹੈ। ਉਹ ਵੀ ਕਿਸਾਨ ਨੇ, ਉਹਨਾਂ ਨੇ ਅੰਦੋਲਨ ਕੀਤਾ, ਉਹਦਾ ਵੀ ਸਤਿਕਾਰ ਆ, ਉਹਨਾਂ ਦੀਆਂ ਗੱਲਾਂ ਮੰਨੀਆਂ ਜਾਣੀਆਂ ਚਾਹੀਦੀਆਂ ਨੇ, ਉਹ ਵੀ ਮੰਨੀਆਂ ਗਈਆਂ। ਤੇ ਉਸ ਤੋਂ ਬਾਅਦ ਹੁਣ ਲੋਕਾਂ ਨੂੰ ਪਰੇਸ਼ਾਨ ਕਰੋ ਸੜਕਾਂ ਤੇ, ਇਹ ਮਾੜੀ ਗੱਲ ਆ, ਇਹ ਕੋਈ ਚੰਗੀ ਗੱਲ ਨਹੀਂ ਹੈ, ਸਮਝਦਾਰੀ ਦਾ ਫੈਸਲਾ ਨਹੀਂ ਹੈ। ਉਹਨਾਂ ਨੂੰ ਕਹੋ ਜਦ ਸਾਰਾ ਕੁਝ ਮੰਨਿਆ ਗਿਆ ਤਾਂ ਉਹਨਾਂ ਤੋਂ ਹੀ ਜਵਾਬ ਲੈ ਲਓ। ਇਹ ਕਾਨੂੰਨ 'ਚ ਹੈ ਕੀ, ਇਹ ਵੀ ਪੁੱਛ ਲਓ ਉਹਨਾਂ ਤੋਂ। ਹੁਣ ਹੋਰ ਕੀ ਰਹਿ ਗਿਆ, ਉਹ ਪੜ੍ਹ ਕੇ ਸੁਣਾ ਦੇਣਗੇ, ਉਹਨਾਂ ਤੋਂ ਹੀ ਪੜਵਾ ਲਓ। ਹੁਣ ਮੈਂ ਤਾਂ ਪੜ੍ਹਨਾ ਨਹੀਂ ਇਹ। ਕਿ ਚਲੋ ਠੀਕ ਹੈ ਜੀ, ਆਪਾਂ ਲੀਡਰਾਂ ਨਾਲ ਤੁਹਾਡੀਆਂ ਬੈਠਕਾਂ ਹੋ ਰਹੀਆਂ ਨੇ, ਪਰ ਜਿਹੜੇ ਉੱਥੇ ਆਮ ਕਿਸਾਨ ਬੈਠੇ ਨੇ, ਆਮ ਲੋਕ ਬੈਠੇ ਨੇ, ਉਹਨਾਂ ਨੂੰ ਕਿਸ ਤਰ੍ਹਾਂ ਸਮਝਾਓਗੇ ਤੁਸੀਂ? ਕਿਉਂਕਿ ਸਰਕਾਰ ਵੀ ਸਮਝਾਉਣਾ ਚਾਹੂਗੀ। ਸਰਕਾਰ ਜਿਹੜੇ ਲੈ ਕੇ ਆਏ ਨੇ ਉਹ ਸਮਝਾਉਣਗੇ ਜਾਂ ਸਰਕਾਰ ਸਮਝਾਊਗੀ? ਜਿਹਦੀ ਬਰਾਤ 'ਚ ਆਏ ਹੋ ਉਹ ਬਰਾਤੀਆਂ ਦਾ ਧਿਆਨ ਰੱਖੂਗਾ ਜਾਂ ਦੂਜਾ ਰੱਖੂਗਾ? ਇਹ ਕੋਈ ਅਸੀਂ ਰੱਖਣਾ? ਪਰ ਇੱਕ ਮੇਰੀ ਤੁਹਾਨੂੰ ਹੋਰ ਪ੍ਰਾਰਥਨਾ, ਉਹ ਮੈਨੂੰ ਨਾ ਅੱਜ ਕੱਲ ਇਹਨਾਂ ਨੇ ਅਕਾਲੀ ਦਲ ਨੇ ਵੀ, ਕਾਂਗਰਸ ਨੇ ਵੀ ਕੁਝ ਲੋਕ ਐਸੇ ਰੱਖੇ ਨੇ ਜਿਹੜੇ ਕਮੈਂਟਸ ਪਾਉਂਦੇ ਆ, ਗਾਲਾਂ ਬਹੁਤ ਕੱਢਦੇ ਆ, ਤੇ ਤੁਸੀਂ ਮੇਰੀ ਉਲਟੀ ਸਿੱਧੀ ਗੱਲ ਲਾਓਗੇ ਉਹ ਮੈਨੂੰ ਗਾਲਾਂ ਕੱਢ ਕੇ ਭੇਜਦੇ ਆ। ਤੇ ਇਹ ਮੇਰੇ ਤੇ ਕਿਰਪਾ ਜ਼ਰੂਰ ਕਰ ਦਿਓ, ਕਿਉਂਕਿ ਮੈਂ ਕਿਸੇ ਨੂੰ ਬੁਰਾ ਤਾਂ ਕਹਿੰਦਾ ਨਹੀਂ, ਮੈਂ ਤਾਂ ਅੱਛਾ ਕਰਨ 'ਚ ਲੱਗਿਆ ਹੋਇਆ। ਨਾ ਤਾਂ ਤੁਹਾਡੀ ਕੋਈ ਗੱਲ ਅਸੀਂ ਕੱਟਾਂਗੇ ਤੇ ਨਾ ਹੀ ਅਸੀਂ ਕੋਈ ਫਾਲਤੂ ਲਾਵਾਂਗੇ, ਜੋ ਤੁਸੀਂ ਬੋਲਿਆ ਬਸ ਐਜ਼ ਇਟ ਇਜ਼ ਇਦਾਂ ਹੀ ਚਲਾਵਾਂਗੇ। ਉਹ ਤਾਂ ਜਿਹੜੇ IT ਸੈੱਲ ਹੈਗੇ ਨੇ, ਉਹ ਤਾਂ ਚਲੋ ਤੁਹਾਡੇ ਤੇ ਵੀ ਇਲਜ਼ਾਮ ਲੱਗਦੇ ਹੈਗੇ, ਤੁਹਾਡੇ ਵੀ IT ਸੈੱਲ ਪਾਰਟੀ ਦੇ ਹੈਗੇ ਨੇ, ਉਹ ਦੂਜੀਆਂ ਪਾਰਟੀਆਂ ਨੂੰ ਕਰਦੇ ਨੇ। IT ਸੈੱਲ ਹੁੰਦੇ ਨੇ, ਉਹ ਵੱਖਰੀਆਂ ਗੱਲਾਂ ਨੇ, ਪਰ ਮਸਲਾ ਇਹ ਆ ਵੀ ਮਸਲਾ ਹੱਲ ਕਿੱਦਾਂ ਹੋਊਗਾ ਜੀ? ਹੁਣ ਤਾਂ ਸਾਰਿਆਂ ਦੀ ਜ਼ੁਬਾਨ ਤੇ ਇਹ ਆ ਵੀ ਕਦੋਂ ਘਰੇ ਜਾਣਗੇ। ਉਹ ਭਰਾ ਜੀ ਕਰਤਾ ਦਿੱਤਾ ਸਾਰਾ ਕੁਝ, ਜਿਹੜਾ ਹੋਰ ਰਹਿ ਗਿਆ ਉਹ ਬਿੱਲ ਪੜ੍ਹ ਲਿਆ, ਉਹ ਉਹਨਾਂ ਤੋਂ ਲਿਖਵਾ ਲਿਆ, ਉਹਦੀ 5 ਮੈਂਬਰ ਦੀ ਕਮੇਟੀ ਬਣਾ ਲੈਣ, ਜੋ ਉਹਦੇ 'ਚੋਂ ਹੋਰ ਹਟਾਉਣਾ ਹੋਰ ਹਟਾ ਲੈਣ, ਜੋ ਹੋਰ ਜੋੜਨਾ ਜੋੜ ਲੈਣ। ਤੇ ਹੋਰ ਉਹਨਾਂ ਨੂੰ ਇਹ ਸਰਕਾਰ ਨੇ ਵੀ ਇਹੀ ਕਿਹਾ ਕਿ ਵੀ 5 ਮੈਂਬਰ ਦੀ ਕਮੇਟੀ ਤੁਸੀਂ ਬਣਾ ਦਿਓ, 5 ਦੀ ਅਸੀਂ ਬਣਾ ਦਿੰਦੇ ਹਾਂ ਅਧਿਕਾਰੀਆਂ ਦੀ, ਆਪਸ 'ਚ ਬਾਰ-ਬਾਰ ਬਾਕੀ ਚੀਜ਼ਾਂ ਲਈ ਬੈਠਦੇ ਰਹੋ। ਆਹ ਤੁਹਾਡੀਆਂ ਕਰਤੀਆਂ ਜਿਹੜੇ ਤੁਸੀਂ ਖਦਸ਼ੇ ਜ਼ਾਹਰ ਕੀਤੇ ਸੀ, ਹੋਰ ਉਹਨਾਂ ਨੂੰ ਕੀ ਕੀਤਾ ਜਾਵੇ? ਬਾਕੀ ਤਾਂ ਹੁਣ ਜੇ ਪੈਰੀਂ ਹੱਥ ਲਵਾਉਣੇ ਆ ਉਹ ਵੀ ਲਾਇਆ ਉਹਨੇ, ਉਹਦੇ 'ਚ ਵੀ ਕੋਈ ਦਿੱਕਤ ਨਹੀਂ। ਹੋਰ ਕੀ ਰਹਿ ਗਿਆ ਕਿ ਵੀ ਭਾਈ ਪੈਰੀਂ ਹੱਥ ਵੀ ਲਾ ਦਿਓਗੇ? ਹਾਂ, ਵੀ ਦੇਸ਼ ਸ਼ਾਂਤੀ ਰਹਿਣ ਦਿਓ, ਇਸ ਚੀਜ਼ ਲਈ ਲਾਵਾਂਗੇ ਵੀ ਤੁਸੀਂ ਤਰੀਕੇ ਨਾਲ ਚੱਲ ਰਹੇ, ਅਸੀਂ ਉੱਥੇ ਬੈਠੇ ਹੋ ਸ਼ਾਂਤ ਤਰੀਕੇ ਨਾਲ ਚੱਲ ਰਹੇ ਆ। ਜਿਹੜੇ ਲੋਕ ਵਿਚਾਰੇ, ਜੇ ਉਹਨਾਂ ਦੀ ਕੋਵਿਡ ਦਾ ਟਾਈਮ ਆ, ਉਹਨਾਂ ਨੂੰ ਕੋਈ ਬਿਮਾਰੀ ਲੱਗ ਜੇ, ਉਹ ਬੱਚੇ ਨੇ, ਉਹਨਾਂ ਨੂੰ ਸਰਦੀ ਲੱਗ ਜੇ, ਸਰਦੀ ਦਾ ਟਾਈਮ ਆ, ਠੀਕ ਹੈ ਗੱਲ, ਤੇ ਉਹ ਸਾਰਾ ਅੱਛਾ ਫਿਰ ਇੰਨੀ ਜਨਤਾ ਇੱਕ ਜਗ੍ਹਾ ਹੈਗੀ ਆ, ਉੱਥੇ ਹੀ ਉਹਨਾਂ ਨੇ ਯੂਰਿਨ ਵੀ ਹੈ, ਬਾਕੀ ਚੀਜ਼ਾਂ ਵੀ ਹੈ, ਤੇ ਉਹਦੇ ਕਰਕੇ ਜਿੰਨੀ ਅਜੇ ਤਾਂ ਗਰਮੀ ਨਹੀਂ ਹੈ, ਜੇ ਗਰਮੀ ਹੋਵੇ ਨਾ, ਇਹ ਸਰਦੀ ਦਾ ਮੌਸਮ ਆ, ਤੇ ਇੱਕਦਮ ਹੀ ਬੈਠਣਾ ਮੁਸ਼ਕਿਲ ਹੋ ਜਾਏ ਉਸ ਜਗ੍ਹਾ ਤੇ। ਤੁਸੀਂ ਖੁਦ ਸਮਝੋ ਇਹ ਗੱਲ, ਉਹ ਵੀ ਹਿਊਮਨ ਨੇ, ਕੋਈ ਏਦਾਂ ਦੀ ਗੱਲ ਤਾਂ ਹੈ ਨਹੀਂ, ਤੇ ਉਹਨਾਂ ਨੂੰ ਕੋਈ ਇਹ ਨਾ ਲੱਗੇ। ਤੇ ਇਸ ਕਰਕੇ ਜਿੰਨੀ ਜਲਦੀ ਉਹ ਆਪਣੇ ਘਰਾਂ ਨੂੰ ਜਾਣ, ਜਦੋਂ ਸਾਰੀਆਂ ਗੱਲਾਂ ਮੰਨ ਲਈਆਂ, ਦਿੱਕਤ ਕੀ ਹੈ? ਇਸ ਗੱਲ ਨੂੰ ਖਤਮ ਕਰਨਾ। ਉਹਨਾਂ ਨੂੰ ਮੇਰੇ ਵੱਲੋਂ ਪ੍ਰਾਰਥਨਾ ਇਹੀ ਹੈ, ਆਮ ਜਨਤਾ ਨੂੰ ਵੀ ਇਹ ਹੈ ਕਿ ਵੀ ਇਹਨਾਂ ਨੂੰ ਪੁੱਛ ਲਓ, ਕਿਸਾਨ ਲੀਡਰਾਂ ਨੂੰ, ਕਿ ਕੋਈ ਹੋਰ ਗੱਲ ਰਹਿ ਗਈ ਤਾਂ ਆਮ ਜਨਤਾ ਸਾਡੇ ਕੋਲ ਲੈ ਆਵੇ, ਉਹ ਵੀ ਹੋ ਜੂ। ਜਦੋਂ ਉਹਨਾਂ ਨੂੰ ਵੀ ਕਹਿਤਾ ਤੇ ਉਹ ਵੀ ਹੋ ਜੂ। ਤੇ ਹੁਣ ਕਾਨੂੰਨ ਰੱਦ ਹੁਣ ਇਹਦਾ ਕੀ ਮਤਲਬ ਹੈ? ਮੈਨੂੰ ਤਾਂ ਸਮਝ ਨਹੀਂ ਆਇਆ ਅਜੇ ਤੱਕ ਕਾਨੂੰਨ 'ਚ ਰਹਿ ਕੀ ਗਿਆ? ਜਿਹੜਾ ਰਹਿ ਗਿਆ ਉਹ ਲਿਖ ਕੇ ਦੇ ਦੇਣ, ਉਹ ਵੀ ਹਟਾ ਦਿੰਦੇ। ਜੇਕਰ ਸਾਹਿਬ ਰਹਿ ਹੀ ਨਹੀਂ ਗਿਆ ਤੇ ਫਿਰ ਰੱਦ ਕਰ ਦਿਓ। ਰੱਦ ਹੋ ਨਹੀਂ ਸਕਦੇ, ਏਦਾਂ ਨਹੀਂ ਹੋ ਸਕਦੇ। ਬਾਕੀ ਪੂਰੀ ਦੁਨੀਆ ਲਈ ਕਾਨੂੰਨ ਬਣੇ ਹੋਏ ਆ, ਫਿਰ ਉਹ ਵੀ ਆ ਜਾਣਗੇ ਕਿ ਰੱਦ ਕਰੋ ਰੱਦ ਕਰੋ। ਉਹ ਕਿਹੜਾ ਇਹਨਾਂ ਨੂੰ ਘੱਟ ਤਾਕਤਵਰ ਨੇ?
ਮਜ਼ਦੂਰ ਇਹਨਾਂ ਨਾਲੋਂ ਜ਼ਿਆਦਾ ਤਾਕਤਵਰ ਨੇ, ਕਰਮਚਾਰੀ ਇਹਨਾਂ ਨਾਲੋਂ ਜ਼ਿਆਦਾ ਤਾਕਤਵਰ ਨੇ, ਠੀਕ ਹੈ, ਅਧਿਕਾਰੀ ਇਹਨਾਂ ਨਾਲੋਂ ਜ਼ਿਆਦਾ ਤਾਕਤਵਰ ਨੇ। ਪਰ ਜੇ ਕਾਨੂੰਨਾਂ 'ਚ ਕੋਈ ਹੇਰ-ਫੇਰ ਹੈ, ਕਿਤੇ ਕੋਈ ਖਾਮੀਆਂ ਰਹਿ ਗਈਆਂ ਨੇ, ਉਹ ਤਾਂ ਹੱਕ ਨੇ, ਕਿਸਾਨਾਂ ਦਾ ਹੱਕ ਸੀਗਾ ਤੇ ਕਿਸਾਨ ਤਾਂ ਹੀ ਇੱਥੇ ਚੜ ਕੇ ਆਏ ਨੇ। ਕਰਤਾ ਨਾ ਫਿਰ, ਤੇ ਹੱਕ ਸੀ ਜਿਹੜਾ ਕਰਤਾ, ਤੇ ਹੁਣ ਜੇ ਰੱਦ ਕਰਨ ਦੀ ਕੀ ਗੱਲ ਰਹਿ ਗਈ? ਹੁਣ ਤਾਂ ਮੁੱਛ ਦੀ ਗੱਲ ਆ ਜਾਂ ਨੱਕ ਦੀ ਗੱਲ ਆ, ਉਹ ਮੁੱਛ ਤੇ ਨੱਕ ਨੂੰ ਦੋਵੇਂ ਪਾਸੇ ਕਹਿ ਲਈਏ ਵੀ ਦੋਵੇਂ ਪਾਸੇ ਮੁੱਛ ਕਹਿੰਦੇ, ਮੁੱਛ ਦਾ ਹੀ ਇੱਕ ਸਵਾਲ ਬਣ ਗਿਆ। ਸਰਕਾਰ ਦਾ ਕੋਈ ਸਵਾਲ ਨਹੀਂ, ਸਰਕਾਰ ਤਾਂ ਸਾਡੀ ਆਪਣੀ ਆ, ਡੈਮੋਕ੍ਰੈਟਿਕਲੀ ਇਲੈਕਟਡ ਗਵਰਨਮੈਂਟ ਆ, ਕੋਈ ਡਿਕਟੇਟਰਸ਼ਿਪ ਥੋੜਾ ਇੱਥੇ, ਤਾਂ ਹੀ ਤਾਂ ਸਰਕਾਰ ਨੇ ਗੱਲ ਮੰਨ ਲਈ ਉਹਨਾਂ ਦੀ। ਉਸ ਤੋਂ ਬਾਅਦ ਇਹ ਤਾਂ ਐਵੇਂ ਜਿੱਦ ਆ, ਇਹਨੂੰ ਲੰਬਾ ਕਰਨ ਲਈ ਕਿਉਂ ਕਰਨਾ ਚਾਹੁੰਦੇ ਨੇ, ਉਹ ਕਾਰਨ ਤੁਸੀਂ ਲੱਭਿਓ। ਤੁਸੀਂ ਪੱਤਰਕਾਰ ਹੁੰਦੇ ਹੋ, ਫੌਜੀ ਪੱਤਰਕਾਰ ਹੁੰਦੇ ਹੋ, ਕਿਉਂ ਲੰਬਾ ਕਰਨਾ ਚਾਹੁੰਦੇ ਨੇ, ਉਹਦੇ ਚ ਕੀ ਫਾਇਦੇ ਹੋਣਗੇ, ਉਹ ਤੁਸੀਂ ਲੱਭ ਕੇ ਉਹਨਾਂ ਨੂੰ ਦੱਸਣਾ। ਵੀ ਆ ਜ਼ਿਆਦਾ ਤਜਰਬਾ ਤੁਸੀਂ ਦੱਸ ਦਿਓ। ਉਹ ਮੈਂ ਨਹੀਂ ਦੱਸਣਾ, ਫਿਰ ਮੈਨੂੰ ਗਾਲਾਂ ਪੈਣਗੀਆਂ, ਮੈਂ ਨਹੀਂ ਖਾਣੀ। ਤੁਸੀਂ ਸੱਚ ਦੱਸ ਦਿਓ ਕਿ ਨਹੀਂ ਗਾਲਾਂ ਪੈਂਦੀਆਂ। ਫਿਰ ਮੈਂ ਗਾਲਾਂ ਨਹੀਂ ਖਾਣੀਆਂ, ਮੈਨੂੰ ਤਾਂ ਪਤਾ ਸਾਰਾ ਕੁਝ, ਮੈਂ ਤਾਂ ਦੱਸ ਸਕਦਾ। ਮੇਰੇ ਸਾਹਮਣੇ ਇਕੱਲੇ ਨੂੰ ਲੈ ਆਓ, ਦੱਸ ਦੂੰਗਾ ਬੋਲ ਕੇ, ਭਾਈ ਆਹ ਗੱਲ ਆ, ਤੁਸੀਂ ਆਹ ਕਰਦੇ ਹੋ। ਹਾਂ, ਉਹ ਤੁਸੀਂ ਦੱਸਿਓ ਉਹਨਾਂ ਨੂੰ, ਤੁਹਾਨੂੰ ਸਾਰਾ ਪਤਾ। ਤੁਸੀਂ ਸਾਨੂੰ ਦੱਸ ਦਿਓ, ਅਸੀਂ ਦੱਸ ਦਿੰਦੇ ਹਾਂ। ਨਹੀਂ, ਮੈਂ ਨਹੀਂ ਦੱਸਣਾ ਨਾ, ਮੈਨੂੰ ਫਿਰ ਗਾਲਾਂ ਕਢਾਉਣੀਆਂ ਨੇ। ਨਹੀਂ, ਅਸੀਂ ਤਾਂ ਨਹੀਂ ਚਾਹੁੰਦੇ ਕਿ ਤੁਹਾਨੂੰ ਗਾਲਾਂ ਕੱਢਣ। ਤੁਸੀਂ ਸਰਕਾਰ ਦੇ ਨੁਮਾਇੰਦੇ ਹੋ, ਇੱਕ ਚੰਗਾ ਇੱਕ ਰੋਲ ਅਦਾ ਕਰੋ, ਤੇ ਮੈਂ ਤਾਂ ਕਹਿੰਦਾ ਕਿ ਜਲਦੀ ਇਹ ਤੋਂ ਜ਼ਿਆਦਾ ਚੰਗਾ ਕੀ ਕਰਦੀ ਹੈ? ਇਹ ਤੋਂ ਜ਼ਿਆਦਾ ਚੰਗਾ ਕੀ ਹੋਊਗਾ? ਸਰਕਾਰ ਇਹ ਤੋਂ ਜ਼ਿਆਦਾ ਚੰਗਾ ਕੀ ਕਰ ਸਕਦੀ ਹੈ? ਸਾਹਿਬ, ਤੁਹਾਨੂੰ ਪੋਲੀਟੀਕਲ ਤੌਰ ਦੇ ਉੱਪਰ ਨੁਕਸਾਨ ਮੰਨਦੇ ਹੋ ਇਸ ਚੀਜ਼ ਦਾ? ਕਿਉਂਕਿ ਦੇਸ਼ ਭਰ ਦੇ ਕਿਸਾਨ ਆਗੂ ਇੱਥੇ ਆ ਕੇ ਬਹਿ ਗਏ ਨੇ, ਲੀਡਰ ਆ ਕੇ ਬਹਿ ਗਏ ਨੇ, ਪੋਲੀਟੀਕਲੀ ਨੁਕਸਾਨ ਹੈ ਤੁਹਾਨੂੰ? ਦੇਖੋ, ਅਸੀਂ ਹੁਣੇ ਰਾਜਸਥਾਨ 'ਚ ਇਲੈਕਸ਼ਨਾਂ ਜਿੱਤ ਗਏ, ਇਹ ਐਜੀਟੇਸ਼ਨ ਚੱਲਦੀ ਸੀ, ਔਰ ਇਸੇ ਤਰ੍ਹਾਂ ਅਸੀਂ ਪੰਜਾਬ 'ਚ ਵੀ ਜਿੱਤਾਂਗੇ, ਇਸੇ ਤਰ੍ਹਾਂ ਅਸੀਂ ਵੈਸਟ ਬੰਗਾਲ 'ਚ ਵੀ ਜਿੱਤਾਂਗੇ, ਇਸੇ ਤਰ੍ਹਾਂ ਬਾਕੀ ਜਗ੍ਹਾ ਜਿੱਤਾਂਗੇ। ਲੋਕਾਂ ਨੂੰ ਪਤਾ ਹੈਗਾ ਕਿ ਬੀਜੇਪੀ ਉਹਨਾਂ ਦੇ ਹੱਕ 'ਚ ਆ, ਬੀਜੇਪੀ ਦੇਸ਼ ਨੂੰ ਮਜ਼ਬੂਤੀ ਵੱਲ ਲਿਜਾ ਸਕਦੀ ਹੈ, ਮੋਦੀ ਜੀ ਦੇਸ਼ ਨੂੰ ਬਚਾ ਸਕਦੇ ਆ। ਮੋਦੀ ਜੀ ਅਮਰੀਕਾ ਤੇ ਚਾਈਨਾ ਜਿਹੜੇ ਆ, ਇੰਨੇ ਤਾਕਤਵਰ ਮੁਲਕ ਨੇ ਅੱਜ, ਤੇ ਇੰਡੀਆ ਦੀ ਤਰਫ ਐ ਦੇਖ ਨਹੀਂ ਸਕਦੇ, ਦੋਸਤੀ ਲਈ ਹੱਥ ਵਧਾ ਰਹੇ ਆ ਸਾਰੇ। ਤੇ ਚਾਈਨਾ ਤਾਂ ਹੁਣ ਤੱਕ ਖੋਹ ਕੇ ਲੈ ਜਾਂਦਾ, ਜੇ ਕਾਂਗਰਸ ਹੋਰ ਸਾਲ ਰਹਿ ਜਾਂਦੀ ਨਾ ਥੋੜੇ, ਤੇ ਕਾਂਗਰਸ ਤਾਂ ਤੁਹਾਨੂੰ ਪਤਾ 35,000 ਵਰਗ ਕਿਲੋਮੀਟਰ ਇਲਾਕਾ ਅਕਸਾਈ ਚਿੰਨ ਦਾ, ਉਹਦੇ 'ਚ ਉਹਨਾਂ ਨੇ ਸੜਕ ਬਣਾ ਲਈ। ਚਾਈਨਾ ਨੇ, ਸਾਡਾ ਇਲਾਕਾ ਸੀ, ਉਹਨਾਂ ਨੇ ਕਹਿੰਦਾ ਅਸੀਂ ਰੋਡ ਬਣਾ ਲਈ। ਪੰਡਿਤ ਜੀ ਕਹਿਣ ਲੱਗੇ, ਕਾਂਗਰਸ ਕਹਿਣ ਲੱਗੀ ਕਿ ਠੀਕ ਹੈ ਜੀ। ਜਦੋਂ ਰੌਲਾ ਪਾਇਆ ਡਾਕਟਰ ਰਾਮ ਮਨੋਹਰ ਲੋਹੀਆ ਨੇ ਕਿ ਵੀ ਇਹ ਕੀ ਹੋ ਗਿਆ, ਉਹ ਕਹਿੰਦੇ वहां जाके देखा है कभी, घास फूस है, पत्थर हैं, उसमें क्या है, कोई रहता तो है नहीं, सर्दी बहुत पड़ती है। तो लोहिया जी का सिर गंजा सी, ਉਹ ਟੋਪੀ ਲੈਂਦੇ ਸੀ, ਉਹਨਾਂ ਨੇ ਸਿਰ ਤੋਂ ਟੋਪੀ ਉਤਾਰੀ, ਕਹਿੰਦਾ ਪੰਡਿਤ ਜੀ ਫਿਰ ਤਾਂ ਮੇਰਾ ਵੀ ਆ ਗਰਦਨ ਕਾਟ ਦਿਓ, ਮੇਰੇ ਸਿਰ 'ਤੇ ਵਾਲ ਨਹੀਂ ਹੈ। ਠੀਕ ਹੈ, ਜੇ ਕੁਝ ਨਹੀਂ ਹੁੰਦਾ ਤਾਂ ਉਹ ਵੀ ਦੇਸ਼ ਦਾ ਹਿੱਸਾ ਹੁੰਦਾ। ਤੇ ਕਾਂਗਰਸ ਦੀ ਆਹ ਸੋਚ ਸੀ, ਤੇ ਮੋਦੀ ਜੀ ਨੇ ਦੇਸ਼ ਨੂੰ ਪੂਰੇ ਨੂੰ ਬਚਾਇਆ। ਤੇ ਕਿਸਾਨਾਂ ਨੂੰ ਵੀ ਚਾਹੀਦਾ, ਦੇਸ਼ ਭਗਤੀ ਹੈ ਇਹਨਾਂ 'ਚ, ਕਿ ਮੋਦੀ ਜੀ ਦਾ ਸਤਿਕਾਰ ਕਰਨ, ਸਰਕਾਰ ਦਾ ਸਤਿਕਾਰ ਕਰਨ, ਔਰ ਸਰਕਾਰ ਉਹਨਾਂ ਦੀ ਆਪਣੀ ਹੈ, ਔਰ ਕਿਸਾਨ ਵੀ ਸਰਕਾਰ ਦੇ ਆ। ਇਸ ਕਰਕੇ ਪ੍ਰਾਰਥਨਾ ਕਰਦੇ ਹਾਂ। ਬਾਕੀ ਫਾਇਦੇ ਕੀ ਨੇ ਉਹ ਤੁਸੀਂ ਦੱਸਿਓ ਉਹਨਾਂ ਨੂੰ। 2022 ਦੇ ਵਿੱਚ ਮੰਨ ਲਈਏ ਵੀ ਬੀਜੇਪੀ ਪੰਜਾਬ ਦੇ ਵਿੱਚ ਝੰਡਾ ਗੱਡੂਗੀ, ਕਿ ਜਾਂ ਫਿਰ ਨੁਕਸਾਨ ਹੋਊਗਾ ਇਸ ਅੰਦੋਲਨ ਦਾ? ਪਹਿਲਾਂ ਇਹ ਦੱਸੋ, ਹਾਰਨ ਨੂੰ ਕਿਹੜੀ ਪਾਰਟੀ ਘੁੰਮ ਰਹੀ ਹੈ? ਅਕਾਲੀ ਦਲ ਹਾਰਨ ਨੂੰ ਘੁੰਮ ਰਿਹਾ ਰੋਜ਼। ਸੁਖਬੀਰ ਬਾਦਲ ਸੜਕਾਂ ਤੇ ਘੁੰਮੇ, ਅਰਬਾਂਪਤੀ ਆਦਮੀ ਹੈ, ਉਹਨੂੰ ਕੀ ਜ਼ਰੂਰਤ ਆ ਸੜਕਾਂ ਤੇ ਜਾਣ ਦੀ? ਹੈ ਤੇ ਕੈਪਟਨ ਅਮਰਿੰਦਰ ਸਿੰਘ ਕਿਤੇ ਜਾਵੇ? ਕਾਂਗਰਸ ਵਾਲਾ ਕੋਈ ਕਿਤੇ ਜਾਵੇ? ਜਿਹੜੀ ਗੱਲ ਕਰਦੇ ਫਿਰਦੇ ਆ ਕਿਸਾਨ ਕਰਦੇ ਫਿਰਦੇ ਆ, ਇਸ ਕਰਕੇ ਕਰਦੇ ਫਿਰਦੇ ਆ ਨਾ ਕਿ ਜਿੱਤਣਾ। ਇਦਾਂ ਹੀ ਬੀਜੇਪੀ ਨੇ ਵੀ ਜਿੱਤਣਾ। ਬੀਜੇਪੀ ਤਾਂ ਦੁਨੀਆ ਦਾ ਸਭ ਤੋਂ ਬੜਾ ਰਾਜਨੀਤਿਕ ਦਲ ਹੈ, 14 ਕਰੋੜ ਤੋਂ ਵੱਧ ਮੈਂਬਰਸ਼ਿਪ ਹੈ, ਤੇ ਸਾਡੇ ਤਾਂ ਮੁਕਾਬਲੇ 'ਚ ਕੁਝ ਵੀ ਨਹੀਂ ਹੈਗੇ, ਬੱਚੇ ਨੇ ਵਿਚਾਰੇ। 2-2 ਜ਼ਿਲ੍ਹਿਆਂ ਦੀ ਪਾਰਟੀ ਹੈ ਇਹ। ਹੁਣ ਤਾਂ ਕਾਂਗਰਸ ਵੀ ਉਨੀ ਕਰੇਗੀ, ਅਕਾਲੀ ਦਲ ਤਾਂ ਪਹਿਲਾਂ ਹੀ ਸੀਗਾ, ਉਹ ਤਾਂ ਸਾਡੇ ਨਾਲ ਲੱਗ ਕੇ ਹੀ ਬੜਾ ਸੀ ਨਾ। ਤੇ ਤੁਸੀਂ ਦੇਖਿਆ ਨਹੀਂ ਕਦੇ ਪੰਜਾਬ 'ਚ, ਜੇ ਅਕਾਲੀ ਦਲ ਪਲੱਸ ਕਮਜ਼ੋਰ ਭਾਜਪਾ ਹੁੰਦੀ ਹੈ ਤਾਂ ਸਰਕਾਰ ਕਿਸੇ ਹੋਰ ਦੀ ਬਣਦੀ ਹੈ, ਜੇ ਅਕਾਲੀ ਦਲ ਪਲੱਸ ਮਜ਼ਬੂਤ ਭਾਜਪਾ ਹੁੰਦੀ ਹੈ ਸਰਕਾਰ ਅਕਾਲੀ ਭਾਜਪਾ ਦੀ ਬਣਦੀ ਹੈ। ਸਾਡੇ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਸੀਗਾ। ਅਖੀਰ ਦੇ ਵਿੱਚ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ, ਬੀਜੇਪੀ ਦੇ ਇੱਕ ਨੁਮਾਇੰਦੇ ਹੋਣ ਦੇ ਨਾਤੇ ਉੱਤੇ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਅੰਦੋਲਨ ਕਰ ਰਹੇ ਨੇ ਉੱਥੇ ਬੈਠੇ ਨੇ? ਮੈਂ ਕਿਸਾਨਾਂ ਨੂੰ ਇਹੀ ਪ੍ਰਾਰਥਨਾ ਕਰਦਾ ਕਿ ਉਹ ਜਿੱਦ ਛੱਡਣ, ਉਹਨਾਂ ਦੇ ਸਾਰੀਆਂ ਗੱਲਾਂ ਮੰਨ ਲਈਆਂ। ਜੇ ਕੋਈ ਇੱਕ ਅੱਧੀ ਗੱਲ ਰਹਿੰਦੀ ਆ ਉਹ ਵੀ ਅਸੀਂ ਮੰਨ ਲੈਣੀ ਹੈ, ਉਹ ਸਾਨੂੰ ਦੱਸ ਦੇਣ। ਤੇ ਸਾਡੀ ਸਰਕਾਰ ਉਹਨਾਂ ਨੂੰ, ਕਿਸਾਨ ਨੂੰ ਆਪਣਾ ਸਮਝਦੀ ਹੈ, ਇਸ ਕਰਕੇ ਸਭ ਕਰਨ ਲਈ ਤਿਆਰ ਆ। ਕਾਨੂੰਨ ਰੱਦ ਕਰੋ, ਇਹ ਜਦੋਂ ਉਹਦੇ 'ਚ ਕੁਝ ਬਚਿਆ ਹੀ ਨਹੀਂ ਹੈਗਾ ਤਾਂ ਰੱਦ ਉਹ ਕਿਉਂ ਕਰਾਉਂਦੇ ਆ? ਕਿਉਂ ਗਲਤ ਪਰੰਪਰਾਵਾਂ ਪਾਉਂਦੇ ਆ? ਕੀ ਉਹ ਦੇਸ਼ ਦਾ ਨੁਕਸਾਨ ਕਰਨਾ ਚਾਹੁੰਦੇ ਆ? ਇਹ ਕਮਿਊਨਿਸਟਾਂ ਦੇ ਹੱਥਾਂ 'ਚ ਨਾ ਖੇਲਣ, ਇਹ ਦੇਸ਼ ਦਾ ਨੁਕਸਾਨ ਕਰਨ ਵਾਲੇ ਨੇ। ਧੰਨਵਾਦ ਗੱਲਬਾਤ ਕਰਨ ਲਈ। ਸੋ ਇਹ ਨੇ ਹਰਜੀਤ ਸਿੰਘ ਗਰੇਵਾਲ, ਪੰਜਾਬ ਦੇ ਬੀਜੇਪੀ ਦੇ ਇੱਕ ਵੱਡੇ ਲੀਡਰ ਨੇ, ਵੱਡਾ ਚਿਹਰਾ ਹੈ। ਤਾਂ ਕਹਿੰਦੇ ਨੇ ਕਿ ਹੁਣ ਕੁਝ ਵੀ ਕਾਨੂੰਨ ਦੇ ਵਿੱਚ ਕੱਢਣ ਪਾਉਣ ਨੂੰ ਨਹੀਂ ਰਿਹਾ।
ਜਿਹੜੀਆਂ ਚੀਜ਼ਾਂ ਹੋਰ ਲੱਗਦੀਆਂ ਨੇ ਤਾਂ ਦੱਸੋ, ਉਹਨਾਂ ਦੇ ਉੱਪਰ ਵੀ ਵਿਚਾਰ ਕਰ ਲੈਂਦੇ ਆ। ਜਿਹੜੀਆਂ ਮੰਗਾਂ ਕਹਿੰਦੇ ਨੇ ਕਿ ਸਾਨੂੰ ਲੀਡਰਾਂ ਨੇ ਕਿਸਾਨਾਂ ਦਿਆਂ ਨੇ ਲਿਖ ਕੇ ਭੇਜੀਆਂ ਸੀ, ਉਹਨਾਂ ਜਿਹੜੀਆਂ ਮੰਗਾਂ ਦੇ ਉੱਪਰ ਅਸੀਂ ਵਿਚਾਰ ਕਰਕੇ ਉਹਨਾਂ ਦੇ ਉੱਤੇ ਸੋਧ ਕਰਨ ਨੂੰ ਰਾਜ਼ੀ ਆ। ਪਰ ਹੁਣ ਵੀ ਕਹਿੰਦੇ ਨੇ ਕਿ ਮੁੱਛ ਦਾ ਸਵਾਲ ਬਣਿਆ ਹੋਇਆ ਆ। ਉਧਰ ਕਿਸਾਨ ਕਹਿੰਦੇ ਆ ਕਿ ਬੀਜੇਪੀ ਦੀ ਮੁੱਛ ਦਾ ਸਵਾਲ ਆ ਤੇ ਬੀਜੇਪੀ ਵਾਲੇ ਕਹਿੰਦੇ ਆ ਕਿ ਕਿਸਾਨਾਂ ਦੀ ਮੁੱਛ ਦਾ ਸਵਾਲ ਹੈ। ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅੰਦੋਲਨ ਕਿੱਧਰ ਨੂੰ ਜਾਂਦਾ, ਕਿਉਂਕਿ ਕਿਸਾਨ ਅੰਦੋਲਨ ਨੂੰ ਹੋਰ ਤਿੱਖਾ ਕਰਨ ਬਾਰੇ ਸੋਚ ਰਹੇ ਨੇ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਦਿੱਲੀ।